ਬੁਢਲਾਡਾ ਸਿਟੀ ਰੇਡੀਓ 'ਤੇ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਹਰਦੇਵ ਕਮਲ ਅਤੇ ਮੇਰੇ ਨਾਲ ਜੁੜੇ ਨੇ ਜੀ ਐਡਵੋਕੇਟ PK ਅਰੋੜਾ ਸਾਹਿਬ, ਸਵਾਗਤ ਹੈ। ਨਮਸਕਾਰ ਕਮਲ ਜੀ। ਜੀ, ਤਾਂ ਅੱਜ ਦੇ ਇਸ ਵਿਸ਼ੇਸ਼ ਲਾਈਵ 'ਚ ਗੱਲ ਕਰਾਂਗੇ ਉਹੀ ਜੋ ਆਪਾਂ ਪਹਿਲਾਂ ਵਾਲੇ ਐਪੀਸੋਡ 'ਚ ਖਤਮ ਜਿੱਥੇ ਕੀਤਾ ਸੀਗਾ। ਤਾਂ ਕਰੋਨਾ ਦਾ ਕਹਿਰ ਅਰੋੜਾ ਸਾਹਿਬ ਬਹੁਤ ਜ਼ਿਆਦਾ ਵੱਧ ਗਿਆ। ਆਪਣੇ ਆਸ-ਪਾਸ ਵੀ ਅਸੀਂ ਦੇਖ ਰਹੇ ਹਾਂ, ਕਾਫੀ ਕੇਸਿਸ ਆ ਰਹੇ ਨੇ, ਸਾਡੇ ਬੁਢਲਾਡਾ ਦੇ ਵਿੱਚ ਵੀ ਆ ਰਹੇ ਨੇ। ਔਰ ਅੱਜ ਤੁਹਾਨੂੰ ਵੀ ਜਾਣਕਾਰੀ ਮਿਲੀ ਹੋਏਗੀ ਚੰਡੀਗੜ੍ਹ 'ਚ, ਹਾਲਾਂਕਿ ਤੁਸੀਂ ਬੈਠੇ ਹੋ, ਲੇਕਿਨ ਬੁਢਲਾਡੇ ਦੇ ਨਾਲ ਤੁਸੀਂ ਹਮੇਸ਼ਾ ਵਾਬਸਤਾ ਰਹਿੰਦੇ ਹੋ। ਤਾਂ ਅੱਜ ਕਾਫੀ ਵੱਡੇ ਪੱਧਰ 'ਤੇ ਟੈਸਟਿੰਗ ਹੋਈ ਹੈ SDM ਸਾਹਿਬ ਦੀ ਅਗਵਾਈ ਦੇ ਵਿੱਚ, ਔਰ ਨਾਲ DSP ਮੈਡਮ ਵੀ ਸਨ। ਔਰ ਵੱਡੇ ਪੱਧਰ 'ਤੇ ਜ਼ਬਰਦਸਤੀ ਵੀ ਕੀਤੀ ਗਈ ਲੋਕਾਂ ਨਾਲ, ਚੌਂਕ ਦੇ ਵਿੱਚ ਖੜ੍ਹ ਕੇ, ਬਾਜ਼ਾਰਾਂ ਦੇ ਵਿੱਚ ਵੀ, ਦੁਕਾਨਾਂ ਦੇ ਵਿੱਚ ਵੀ ਜਾ ਕੇ SDM ਸਾਹਿਬ ਖੁਦ ਦੁਕਾਨਾਂ 'ਤੇ ਗਏ। ਉਹਨਾਂ ਨੇ ਖੁਦ ਲੋਕਾਂ ਨੂੰ ਅਪੀਲ ਵੀ ਕੀਤੀ ਔਰ ਕਈ ਜਗ੍ਹਾ 'ਤੇ ਟਰੈਫਿਕ ਨੂੰ ਰੋਕ ਕੇ ਜ਼ੋਰ ਜ਼ਬਰਦਸਤੀ ਨਾਲ ਵੀ ਟੈਸਟਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਵੱਡੇ ਪੱਧਰ 'ਤੇ। ਉਸ ਟੈਸਟਿੰਗ ਦਾ ਕੀ ਪ੍ਰਭਾਵ ਪਏਗਾ, ਕੀ ਉਹ ਕਿੰਨੀ ਕੁ ਜਾਇਜ਼ ਹੈ, ਉਹ ਜ਼ੋਰ ਜ਼ਬਰਦਸਤੀ ਜਿਹੜੀ ਲੋਕਾਂ ਦੇ ਕਿੰਨਾ ਕੁ ਫੇਵਰ 'ਚ ਜਾਏਗੀ? ਤਾਂ ਪਹਿਲੀ ਨਜ਼ਰ 'ਚ ਤੁਹਾਡਾ ਕੀ ਜਵਾਬ ਹੈ ਜੀ? ਦੇਖੋ ਕਮਲ ਜੀ, ਗੱਲ ਇਹ ਹੈ ਕਿ ਪਿੱਛੇ ਜੇ ਜੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਮੈਸੇਜ ਸੀ ਜੀ, ਕਿ ਜਿਸ ਢੰਗ ਨਾਲ ਕਰੋਨਾ ਬਰਸਟ ਕਰ ਰਿਹਾ ਹੈਗਾ, ਫੈਲ ਰਿਹਾ ਹੈ, ਸਪਰੈਡ ਹੋ ਰਿਹਾ ਹੈ ਜੀ, ਤਾਂ ਇਹ ਗੱਲ ਬੜੀ ਜ਼ਰੂਰੀ ਹੋ ਜਾਂਦੀ ਹੈ ਕਿ ਇਸ ਸਟੇਜ ਦੇ ਉੱਤੇ ਸਾਨੂੰ ਇੱਕ ਬੰਦੇ ਦੀ ਟੈਸਟਿੰਗ ਕਰਨੀ ਪਏਗੀ। ਤਾਂ ਉਹਨਾਂ ਨੇ ਬੜਾ ਵਧੀਆ ਇੱਕ ਸਿਸਟਮ, ਜਿਹੜੇ ਮੈਨੂੰ ਪਸੰਦ ਆਈ, ਉਹਨਾਂ ਦੀ ਗੱਲ ਅੱਛੀ ਲੱਗੀ, ਲੌਜੀਕਲ ਲੱਗੀ ਕਿ ਜਿੰਨਾ ਏਰੀਆ ਹੈ ਉਹਨੂੰ ਛੋਟੇ ਕੰਟੇਨਮੈਂਟ ਜ਼ੋਨਸ ਦੇ ਵਿੱਚ ਵੰਡ ਦਿੱਤਾ ਜਾਵੇ। ਜੀ, ਛੋਟੇ ਜ਼ੋਨਸ ਦੇ ਵਿੱਚ ਵੰਡ ਕੇ ਜੋ NGOs ਹੈਗੀਆਂ, ਸਮਾਜ ਸੇਵੀ ਸੰਸਥਾਵਾਂ ਹੈਗੀਆਂ, ਉਹ ਨਾਲ ਲੱਗ ਜਾਣ। ਜੋ ਏਰੀਏ ਦੇ ਮਿਊਨਿਸਪਲ MCs ਹੈਗੇ ਆ, ਉਹ ਨਾਲ ਲੱਗ ਜਾਣ ਔਰ ਘਰ ਜਾ ਕੇ ਟੈਸਟ ਕੀਤਾ ਜਾਵੇ। ਕਿਉਂਕਿ ਇੱਕ ਟ੍ਰੈਂਡ ਕੀ ਆ ਰਿਹਾ ਹੈ ਲੋਕਾਂ ਦੇ ਵਿੱਚ, ਟੈਸਟ ਤੋਂ ਡਰ ਲੱਗਣ ਲੱਗ ਗਿਆ। ਹਿਊਮਨ ਸਾਈਕੋਲੋਜੀ ਹੈ, ਜਿੱਥੋਂ ਵੀ ਆਪਾਂ ਨੂੰ ਲੱਗਦਾ ਜੇ ਕਬੂਤਰ ਬਿੱਲੀ ਨੂੰ ਦੇਖਦਾ ਇੱਕ ਵਾਰੀ ਅੱਖਾਂ ਬੰਦ ਹੁੰਦੀਆਂ ਉਹਦੀਆਂ, ਇਟ ਇਜ਼ ਦਾ ਸਾਈਕੋਲੋਜੀ। ਲੋਕਾਂ ਦੇ ਵਿੱਚ ਡਰ, ਮਨ ਦੇ ਵਿੱਚ ਇੰਨਾ ਭੈ ਵੀ ਬੈਠ ਚੁੱਕਿਆ ਹੈ। ਜੀ। ਔਰ ਕੁਝ ਇਸ ਵੇਲੇ ਕੀ ਹੋਇਆ ਕਿ ਆਪਣੇ ਇਲਾਕੇ ਦੇ ਵਿੱਚ ਖਾਸ ਤੌਰ ਤੇ ਵਾਇਰਲ ਬਹੁਤ ਜ਼ਿਆਦਾ ਚੱਲ ਰਿਹਾ ਹੈ। ਜੀ। ਯਾਨੀ ਕਿ ਇਹ ਹੈ ਕਿ ਜੇ 100 ਕੇਸਿਸ ਖਾਂਸੀ, ਜ਼ੁਕਾਮ, ਬੁਖਾਰ ਦੇ ਹੈਗੇ ਆ ਤਾਂ 100 ਦੇ ਵਿੱਚੋਂ ਸ਼ਾਇਦ 90 ਵਾਇਰਲ ਦੇ ਹੁੰਦੇ ਆ ਜਾਂ 95 ਵਾਇਰਲ ਦੇ ਹੁੰਦੇ ਆ, 5 ਜਿਹੜੇ ਹੈਗੇ ਆ ਉਹ ਕੋਵਿਡ ਦੇ ਆ ਜਾਣ, ਹੋ ਸਕਦਾ ਹੈ ਜੀ। ਲੇਕਿਨ ਲੋਕਾਂ ਦੇ ਵਿੱਚ ਇੱਕ ਕਨਸੈਪਟ ਬਣ ਗਈ, ਜੇ ਕਿਸੇ ਨੂੰ ਖਾਂਸੀ ਹੋਈ, ਜ਼ੁਕਾਮ ਹੋਇਆ, ਬੁਖਾਰ ਹੋਇਆ ਕਿ ਯਾਰ ਵਾਇਰਲ ਹੋਇਆ ਹੈਗਾ, 3 ਦਿਨ ਦੇ ਵਿੱਚ ਠੀਕ ਹੋ ਜਾਏਗਾ। ਲੇਕਿਨ ਉਹ ਜਿਹੜਾ ਭੁਲੇਖਾ ਹੈ, ਜੇ ਉਹ ਭੁਲੇਖਾ ਹੋਇਆ, ਮੰਨ ਲਓ ਕੋਵਿਡ ਦਾ ਇਨਫੈਕਸ਼ਨ ਹੈਗੀ ਆ, ਲੇਕਿਨ ਉਹਨੂੰ ਵਾਇਰਲ ਲੈ ਕੇ ਬੰਦਾ ਬੈਠ ਜਾਂਦਾ ਹੈਗਾ, ਲੇਕਿਨ ਜਦੋਂ ਤੱਕ 3 ਦਿਨ ਟੱਪ ਜਾਂਦੇ ਹੈਗੇ ਆ ਤਾਂ ਉਦੋਂ ਤੱਕ ਉਹ ਕਾਫੀ ਭਿਆਨਕ ਰੂਪ ਧਾਰ ਜਾਂਦਾ ਹੈਗਾ। ਔਰ ਉਹ 3 ਦਿਨਾਂ ਦੇ ਵਿੱਚ ਜੋ ਬੰਦਾ ਹੈ, ਪਤਾ ਨਹੀਂ ਕਿੰਨੇ ਲੋਕਾਂ ਨੂੰ ਉਹ ਵਾਇਰਲ ਅੱਗੇ ਦੇ ਚੁੱਕਿਆ ਹੁੰਦਾ ਹੈ। ਜੀ। ਤਾਂ ਇਸ ਕਰਕੇ ਅੱਛਾ, ਦੂਸਰਾ ਏਸਿਮਟੋਮੈਟਿਕ ਚੱਲ ਰਿਹਾ ਹੈਗਾ। ਉਹ ਕਹਿੰਦੇ ਕੋਈ ਜਿਹੜਾ ਸੈਕੰਡ ਮੁਟੇਟ ਆਇਆ ਹੈਗਾ, ਸੈਕੰਡ ਵੇਵ ਦੇ ਵਿੱਚ ਡਬਲ ਮੁਟੇਸ਼ਨ ਆਇਆ ਹੈਗਾ, ਇਹਦਾ ਕੋਈ ਸਿੰਪਟਮ ਹੀ ਨਹੀਂ ਪਤਾ ਲੱਗਦਾ ਹੈਗਾ, ਇਹ ਸਿੱਧਾ ਹੀ ਲੰਗ ਨੂੰ ਅਟੈਕ ਕਰ ਰਿਹਾ ਹੈਗਾ। ਜੀ, ਜਿਹੜੀ ਅਸਿੱਧੇ ਸ਼ਬਦਾਂ 'ਚ ਮੈਂ ਇਹ ਸਮਝਾਂ, ਤੁਸੀਂ ਇਹ ਕਹਿ ਰਹੇ ਹੋ ਕਿ ਜਿਸ ਤਰੀਕੇ ਨਾਲ ਅੱਜ ਟੈਸਟਿੰਗ ਕੀਤੀ ਗਈ ਜੰਗੀ ਪੱਧਰ 'ਤੇ, ਕਾਫੀ ਜ਼ੋਰ ਜ਼ਬਰਦਸਤੀ ਵੀ ਹੋਈ, ਤੁਹਾਨੂੰ ਲੱਗਦਾ ਕਿ ਉਹ ਤਰੀਕਾ ਠੀਕ ਨਹੀਂ ਹੈ, ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ? ਜੀ ਬਿਲਕੁਲ, ਮੈਂ ਇਹ ਗੱਲ ਕਹਿਣਾ ਹੈਗਾ ਕਿ ਜ਼ਬਰਦਸਤੀ ਵਾਲੀ ਕੋਈ ਗੱਲ ਨਹੀਂ ਹੈ। ਸਾਨੂੰ ਪਬਲਿਕ ਨੂੰ ਨਾਲ ਕੋਆਪਰੇਟ ਕਰਨਾ ਚਾਹੀਦਾ। ਜੇ ਪਬਲਿਕ ਕੋਆਪਰੇਟ ਕਰ ਰਹੀ ਹੈਗੀ ਹੈ, ਜ਼ਬਰਦਸਤੀ ਦੀ ਕੋਈ ਲੋੜ ਹੀ ਨਹੀਂ ਪੈਂਦੀ ਜੀ। ਇੱਥੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਕਿਤੇ ਨਾ ਕਿਤੇ ਕਈ ਵਾਰੀ ਕੋਈ, ਜਿਸ ਤਰ੍ਹਾਂ ਟਾਰਗੇਟ ਅੱਜ ਕੱਲ੍ਹ ਹਰੇਕ ਚੀਜ਼ 'ਤੇ, ਹਰੇਕ ਕੰਮ ਦੇ ਵਿੱਚ ਇੱਕ ਟਾਰਗੇਟ ਮਿੱਥੇ ਜਾਂਦੇ ਨੇ, ਚਾਹੇ ਉਹ ਕਿਸੇ ਵੀ ਫੀਲਡ ਦੀ ਆਪਾਂ ਗੱਲ ਕਰ ਲਈਏ ਕਿ ਇਹ ਟਾਰਗੇਟ ਤੁਸੀਂ ਅਚੀਵ ਕਰਨਾ ਹੈ। ਤਾਂ ਹੋ ਸਕਦਾ ਕਿਤੇ ਅਫਸਰਾਂ ਨੂੰ ਵੀ ਟਾਰਗੇਟ ਦਿੱਤੇ ਗਏ ਹੋਣ ਕਿ ਤੁਸੀਂ ਇੰਨੇ ਟੈਸਟ ਕਰਨੇ ਹੈ ਜਾਂ ਇੰਨੀ ਗਿਣਤੀ ਨੂੰ ਟੱਚ ਕਰਨਾ ਹੈ। ਤਾਂ ਅੱਜ ਤਾਂ ਇੱਦਾਂ ਹੀ ਲੱਗ ਰਿਹਾ ਸੀ ਕਿ ਉਹ ਟਾਰਗੇਟ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਵੀ ਕੋਈ ਉੱਥੋਂ ਲੰਘ ਰਿਹਾ, ਚਾਹੇ ਕੋਈ ਨੌਜਵਾਨ ਹੈ, ਚਾਹੇ ਕੋਈ ਬਜ਼ੁਰਗ ਹੈ, ਚਾਹੇ ਕੋਈ ਬੱਚਾ ਹੈ, ਚਾਹੇ ਕਿੰਨੀ ਵੀ ਉਹਦੀ ਉਮਰ ਹੈ, ਚਾਹੇ ਉਹਨੂੰ ਕੋਈ ਸਿੰਪਟਮ ਹੈ ਜਾਂ ਨਹੀਂ ਹੈ, ਉਸ ਨੂੰ ਚੱਕ ਕੇ ਟੈਸਟ ਕਰ ਦੇਣਾ ਹੈ। ਹਾਲਾਂਕਿ ਇਹ ਹੋ ਸਕਦਾ ਹੈ ਕਿ ਉਸ ਤੋਂ ਵੀ ਵੱਧ ਜ਼ਰੂਰਤਮੰਦ ਲੋਕ ਉਹ ਹੋਣ ਜੋ ਘਰਾਂ ਦੇ ਵਿੱਚ ਬੈਠੇ ਹਨ, ਜਿਨ੍ਹਾਂ ਨੂੰ ਸਿੰਪਟਮ ਵੀ ਹੋਣ, ਜਿਨ੍ਹਾਂ ਦੇ ਲੱਛਣ ਵੀ ਹੋਣ, ਉਹਨਾਂ ਨੂੰ ਕਰੋਨਾ ਹੋਣ ਦੇ ਚਾਂਸਸ ਵੀ ਹੋਣ, ਲੇਕਿਨ ਡਿਪਾਰਟਮੈਂਟ ਹੈਲਥ ਵਿਭਾਗ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਬਲਕਿ ਆਪਣੇ ਟੀਚੇ ਨੂੰ ਪੂਰਾ ਕਰਨ ਲਈ, ਆਪਣੇ ਜੋ ਟਾਰਗੇਟ ਨੂੰ ਪੂਰਾ ਕਰਨ ਲਈ ਧਰ ਪਕੜ ਨਾਲ, ਜ਼ੋਰ ਜ਼ਬਰਦਸਤੀ ਨਾਲ ਲੋਕਾਂ ਦੀ ਟੈਸਟਿੰਗ ਕਰਕੇ ਇੱਕ ਖਾਨਾ ਪੂਰਤੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਤਾਂ ਇਹ ਗੱਲ ਬਿਲਕੁਲ ਕਹੀ ਜਾ ਸਕਦੀ ਹੈ। ਹਾਲਾਂਕਿ ਲੋੜ ਉਹਨਾਂ ਨੂੰ ਟੈਸਟ ਦੀ ਜ਼ਿਆਦਾ ਜਿਨ੍ਹਾਂ ਦੇ ਸਿੰਪਟਮ ਜ਼ਿਆਦਾ ਨਹੀਂ। ਤਾਂ ਅਰੋੜਾ ਸਾਹਿਬ, ਮੈਂ ਇੱਥੇ ਥੋੜ੍ਹਾ ਜਿਹਾ ਹੋਰ ਜਾਣਕਾਰੀ ਤੁਹਾਡੇ ਤੋਂ ਚਾਹੂੰਗਾ। ਹਾਲਾਂਕਿ ਤੁਸੀਂ ਆਪਣੇ ਸਮੇਂ ਦੇ ਵਿੱਚ ਤੁਹਾਨੂੰ ਲੋਕ ਡਾਕਟਰ ਵੀ, ਤੁਹਾਡੇ ਦੋਸਤ ਤੁਹਾਨੂੰ ਡਾਕਟਰ ਵੀ ਕਹਿ ਕੇ ਬੁਲਾਉਂਦੇ ਨੇ, ਤਾਂ ਤੁਹਾਡੀ ਜਿਹੜੀ ਨੌਲੇਜ ਹੈ ਇਸ ਲਾਈਨ ਦੇ ਵਿੱਚ ਵੀ ਕਾਫੀ ਹੈ। ਤਾਂ ਮੈਂ ਜਾਣਨਾ ਚਾਹੂੰਗਾ ਕਿ ਜਿੱਦਾਂ ਕਿ ਹੁਣ ਇੱਕ ਤੰਦਰੁਸਤ ਬੰਦਾ ਵੀ ਪੋਜ਼ੀਟਿਵ ਹੋ ਸਕਦਾ, ਜੋ ਦੇਖਣ ਨੂੰ ਤੰਦਰੁਸਤ ਲੱਗ ਰਿਹਾ ਹੈ,
ਇੱਕ ਬੰਦੇ 'ਚ ਬਹੁਤ ਸਾਰੇ ਲੱਛਣ ਵੀ ਹੋ ਸਕਦੇ ਨੇ, ਕੋਈ ਜ਼ੁਕਾਮ ਖਾਂਸੀ ਦੇ ਵੀ ਲੱਛਣ ਹੋ ਸਕਦੇ ਨੇ, ਤਾਂ ਇਹਨਾਂ ਦੋਨਾਂ 'ਚੋਂ ਖਤਰਨਾਕ ਕਿਹੜਾ ਸਮਾਜ ਲਈ, ਕਿਹੜਾ ਜ਼ਿਆਦਾ ਕਰੋਨਾ ਫੈਲਾਉਣ ਦੇ ਲਈ ਯੋਗਦਾਨ ਪਾ ਸਕਦਾ ਹੈ, ਜਿਸ ਨੂੰ ਸਿੰਪਟਮ ਹੈਗੇ ਨੇ ਜਾਂ ਜਿਨ੍ਹਾਂ ਨੂੰ ਸਿੰਪਟਮ ਬਿਲਕੁਲ ਨਹੀਂ ਹੈਗੇ? ਦੇਖੋ, ਤੁਹਾਡੀ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਨੂੰ ਤੁਹਾਡੀ ਜਿਹੜੀ ਪਹਿਲੀ ਗੱਲ ਕਹੀ ਹੋਈ ਆ ਹਾਲੇ ਤੱਕ ਉਹੀ ਮੇਰੇ ਰੜਕ ਰਹੀ ਹੈਗੀ ਹੈ ਕਿ ਮੈਂ ਉਸ ਨੂੰ ਪਹਿਲਾਂ ਕਲੀਅਰ ਕਰਦਾ ਤੁਹਾਡੀ। ਤੁਸੀਂ ਟਾਰਗੇਟ ਦੀ ਗੱਲ ਕੀਤੀ। ਟਾਰਗੇਟ, ਜੇ ਟਾਰਗੇਟ ਰੱਖਿਆ ਵੀ ਹੈ, ਰੱਖਿਆ ਹੋ ਸਕਦਾ ਨਹੀਂ, ਮੈਂ ਕਹਾਂਗਾ ਰੱਖਿਆ ਹੈ, ਰੱਖਿਆ ਹੈ ਤਾਂ ਕੋਈ ਚੰਗੀ ਗੱਲ ਦਾ ਟਾਰਗੇਟ ਹੈ ਯਾਰ, ਕੋਈ ਬੁਰੀ ਗੱਲ ਦਾ ਟਾਰਗੇਟ ਨਹੀਂ ਹੈਗਾ। ਔਰ ਜੇ ਉਹ ਟਾਰਗੇਟ ਹੈ ਤਾਂ ਉਸ ਨੂੰ ਪੂਰਾ ਕਰਨਾ ਅੱਛੀ ਗੱਲ ਹੈ। ਲੇਕਿਨ ਦੂਜੀ ਗੱਲ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਬੈਟਰ ਹੈ ਕਿ ਉਸ ਦਾ ਇਹ ਸਿਸਟਮ ਅਡਾਪਟ ਕੀਤਾ ਜਾਵੇ ਕਿ ਜਿੱਦਾਂ ਹੁਣ ਦੇਖੋ ਇਲੈਕਸ਼ਨਸ ਹੋਈਆਂ ਮਿਊਨਿਸਪੈਲਿਟੀ ਦੀਆਂ ਆਪਣੇ ਇਲਾਕੇ ਦੀ, ਜਿਹੜੇ ਕੈਂਡੀਡੇਟ ਸੀ ਘਰ ਘਰ ਗਏ ਹੈਗੇ ਆ ਨਾ, ਹੁਣ ਵੀ ਉਹ ਕੈਂਡੀਡੇਟ ਨਿਕਲ ਕੇ ਜਿੰਨੇ ਵਾਰਡ ਦੇ ਵਿੱਚ ਘਰ ਹਨ ਉਹਨਾਂ ਨੂੰ ਅੱਧੇ ਅੱਧੇ ਜਿਹੜੇ 3 ਕੈਂਡੀਡੇਟ ਜੇ ਕੰਟੈਸਟ ਕਰਦੇ ਉਹ ਹਿੱਸਿਆਂ ਦੇ ਵਿੱਚ ਵੰਡ ਲੈਣ ਔਰ ਆਪਦੀ ਜ਼ਿੰਮੇਵਾਰੀ ਲੈ ਕੇ ਉਹਨਾਂ ਘਰਾਂ ਦੇ ਵਿੱਚ ਟੈਸਟ ਕਰਵਾ ਦੇਣ, ਤਾਂ ਮੈਂ ਕਹਿੰਦਾ ਪੂਰਾ ਤੁਹਾਡਾ ਟੈਸਟ ਵੀ ਹੋ ਜਾਏਗਾ ਔਰ ਬੜੇ ਸਮੂਥਲੀ ਹਰੇਕ ਦੇ ਟੈਸਟ ਵੀ ਹੋ ਜਾਣਗੇ ਔਰ ਸਮੂਥ ਢੰਗ ਨਾਲ ਹੋ ਜਾਣਗੇ, ਕੋਈ ਨੁਕਸਾਨ ਨਹੀਂ। ਵੈਸੇ ਅੱਜ ਚੀਜ਼ ਬਿਲਕੁਲ, ਅੱਜ ਮੈਂ ਤੁਹਾਡੀ ਗੱਲ ਨੂੰ ਅੱਗੇ ਵੀ ਸੁਣੂੰਗਾ, ਅੱਗੇ ਵਧਾਊਂਗਾ ਵੀ ਇਸ ਗੱਲ ਨੂੰ, ਫਿਲਹਾਲ ਤੁਹਾਡੀ ਇਸ ਗੱਲ ਦਾ ਜਵਾਬ ਦੇ ਦਿਆਂ। ਅੱਜ ਜਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ, ਹਾਲਾਂਕਿ ਕੱਲ੍ਹ ਵੀ ਇਹ ਕਾਰਵਾਈ ਕੀਤੀ ਗਈ ਸੀ, ਕੱਲ੍ਹ ਸ਼ਾਇਦ SDM ਸਾਹਿਬ ਉਹਦੇ 'ਚ ਖੁਦ ਸ਼ਾਮਿਲ ਨਹੀਂ ਸੀਗੇ, ਅੱਜ ਹੈਗੇ ਸੀਗੇ, ਲੋਕਾਂ ਦੇ ਮਨਾਂ 'ਚ ਇਸ ਤਰ੍ਹਾਂ ਦਾ ਡਰ ਸੀ। ਕਈ ਜਗ੍ਹਾ 'ਤੇ ਬਹੁਤ ਬਹਿਸ ਵੀ ਲੋਕਾਂ ਦੀ ਹੋਈ, ਪੁਲਿਸ ਵਾਲੇ ਨਾਲ ਵੀ ਹੋਈ, ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਟੈਸਟ ਕਰਵਾਓ ਜੀ। ਇੱਕ ਤੰਦਰੁਸਤ ਬੰਦਾ ਜਦੋਂ ਉਹਦੇ ਮਨ 'ਚ ਸ਼ੱਕ ਹੁੰਦਾ ਕਿ ਮੈਂ ਟੈਸਟ ਕਰਾਊਂਗਾ, ਹੋ ਸਕਦਾ ਮੈਂ ਪੋਜ਼ੀਟਿਵ ਆ ਜਾ, ਤਾਂ ਉਹਦੇ ਮਨ 'ਚ ਇੱਕ ਸ਼ੱਕ, ਇੱਕ ਵਹਿਮ, ਇੱਕ ਡਰ ਹੁੰਦਾ। ਉਸ ਡਰ ਨੂੰ ਕੱਢਣ ਦੇ ਵਿੱਚ ਦੇਖੋ ਉਹ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਤਾਂ ਸਫਲ ਸ਼ਾਇਦ ਨਹੀਂ ਹੋ ਸਕਣਗੇ, ਇੱਥੇ ਫਿਰ ਉਹਨਾਂ ਨੂੰ ਧੱਕਾ ਕਰਨਾ ਪੈਂਦਾ। ਲੇਕਿਨ ਇੱਥੇ ਇਹੀ ਗੱਲ ਮੈਂ ਥੋੜ੍ਹੀ ਜਿਹੀ ਤੁਹਾਨੂੰ ਮਤਲਬ ਇੱਥੇ ਮੈਂ ਕਹਿਣਾ ਚਾਹੂੰਗਾ ਕਿ ਅਗਰ ਜਿਸ ਬੰਦੇ ਦੇ ਸਿੰਪਟਮ ਹੈਗੇ ਆ, ਫਰਜ਼ ਕਰੋ ਕਿਸੇ ਨੂੰ ਖਾਂਸੀ ਜ਼ੁਕਾਮ ਬੁਖਾਰ ਹੈਗਾ, ਅਗਰ ਉਸ ਨੂੰ ਧੱਕੇ ਨਾਲ ਵੀ ਕਿਹਾ ਜਾਏ ਕਿ ਤੇਰਾ ਟੈਸਟ ਹੋਏਗਾ ਤਾਂ ਉਹਨੂੰ ਕਰਾਉਣਾ ਹੀ ਪਏਗਾ। ਲੇਕਿਨ ਇੱਕ ਤੰਦਰੁਸਤ ਬੰਦਾ ਜਿਹਨੂੰ ਬਿਲਕੁਲ ਵੀ ਕੋਈ ਸਿੰਪਟਮ ਨਹੀਂ ਹੈਗੇ, ਉਹਨੂੰ ਟੈਸਟ ਲਈ ਰਾਜੀ ਕਰਨਾ ਥੋੜ੍ਹਾ ਔਖਾ, ਜਾਂ ਉਹਦੀ ਟੈਸਟਿੰਗ ਇੰਨੀ ਜ਼ਰੂਰੀ ਵੀ ਨਹੀਂ ਹੈਗੀ। ਜ਼ਿਆਦਾ ਜ਼ਰੂਰੀ ਉਹਨਾਂ ਦੀ ਟੈਸਟਿੰਗ ਹੈ ਜਿਨ੍ਹਾਂ ਦੇ ਸਿੰਪਟਮ ਨਜ਼ਰ ਆ ਰਹੇ ਨੇ, ਬੁਖਾਰ ਹੈ, ਖਾਂਸੀ ਹੈ, ਕੁਛ ਵੀ ਹੈ, ਤਾਂ ਜ਼ਿਆਦਾ ਜ਼ਰੂਰੀ ਉਹਨਾਂ ਦੀ ਹੈ। ਧਰ ਪਕੜ ਕਰਕੇ ਐਵੇਂ ਆਪਾਂ ਟਾਰਗੇਟ ਨੂੰ ਪੂਰਾ ਕਰਨ ਲਈ ਫਟਾਫਟ ਜ਼ੋਰ ਜ਼ਬਰਦਸਤੀ ਨਾਲ ਆਪਾਂ ਅਗਰ ਆਪਣਾ ਆਂਕੜੇ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ, ਸ਼ਾਇਦ ਉਹ ਜਿਸ ਲਈ ਆਂਕੜੇ ਟਾਰਗੇਟ ਦਿੱਤੇ ਗਏ ਨੇ ਉਹ ਸ਼ਾਇਦ ਆਪਣੇ ਮਕਸਦ ਤੋਂ ਭਟਕ ਜਾਣਗੇ। ਜੀ, ਤੁਸੀਂ ਹੁਣ ਕੀ ਕਹਿ ਰਹੇ ਸੀ? ਮੈਂ ਤੁਹਾਨੂੰ ਇਹੀ ਕਹਿ ਰਿਹਾ ਸੀ ਕਿ ਜਿਸ ਨੂੰ ਸਿੰਪਟਮਸ ਹੈਗੇ ਹਨ, ਉਹਦੇ ਨਾਲੋਂ ਉਹ ਬੰਦਾ ਇਸ ਬਿਮਾਰੀ ਨੂੰ ਜ਼ਿਆਦਾ ਫੈਲਾ ਸਕਦਾ ਹੈ ਜਿਸ ਨੂੰ ਸਿੰਪਟਮ ਨਹੀਂ ਹੈ ਜੀ, ਜਿਸ ਨੂੰ ਅਸੀਂ ਏਸਿਮਟੋਮੈਟਿਕ ਕਹਿ ਦਿੰਦੇ ਹੈਗੇ ਜੀ, ਕਿਉਂਕਿ ਨਾ ਤਾਂ ਉਸ ਨੂੰ ਖੁਦ ਨੂੰ ਆਪ ਨੂੰ ਪਤਾ ਹੈ ਕਿ ਇਨਫੈਕਸ਼ਨ ਹੋ ਚੁੱਕੀ ਹੈ। ਜਦੋਂ ਉਸ ਨੂੰ ਆਪ ਨੂੰ ਨਹੀਂ ਪਤਾ ਤੇ ਕੌਸ਼ਨ ਕੀ ਲਏਗਾ? ਕੁਆਰੰਟਾਈਨ ਨੂੰ ਤਾਂ ਛੱਡੋ, ਆਪਦੇ ਬੱਚਿਆਂ ਨਾਲ, ਪਰਿਵਾਰ ਨਾਲ, ਸਭ ਨਾਲ ਉਹਨੇ ਉਦਾਂ ਹੀ ਉੱਠਦੇ ਬੈਠਦੇ ਰਹਿਣਾ, ਉਦਾਂ ਹੀ ਗੱਲਬਾਤ ਕਰਨੀ ਹੈ। ਤਾਂ ਉਹ ਜਿਹੜਾ ਬੰਦੇ ਨੂੰ ਸਿੰਪਟਮਸ ਨਹੀਂ ਹੈਗੇ, ਉਹ ਬੰਦਾ ਕੋਵਿਡ ਨੂੰ ਫੈਲਾਉਣ ਦੇ ਵਿੱਚ ਉਦੋਂ ਵੀ ਜ਼ਿਆਦਾ ਖਤਰਨਾਕ ਹੈ ਜੀ। ਅੱਛਾ, ਇੱਕ ਇਹ ਦੱਸੋ, ਇੱਕ ਇਹਦੇ 'ਚ ਕੋਈ ਟੈਸਟਿੰਗ ਲੈਵਲ ਹੁੰਦਾ ਜਿਸ 'ਚੋਂ ਇਹ ਪਤਾ ਲੱਗਦਾ ਕਿ ਕਰੋਨਾ ਨੂੰ ਫੈਲਾਉਣ ਦੇ ਲਈ ਉਹ ਜਿਹੜਾ ਲੈਵਲ ਹੈ ਉਹ ਕਿੰਨਾ ਜ਼ਿੰਮੇਦਾਰ ਹੈ, ਮਤਲਬ ਕਿੰਨਾ ਹੋਣਾ ਚਾਹੀਦਾ ਜਿਹੜਾ ਜ਼ਿਆਦਾ ਫੈਲਾਉਣ? ਲੋਡ ਦੀ ਗੱਲ ਕਰ ਰਹੇ ਹੈਗੇ ਜੀ ਜੀ। ਪਹਿਲਾਂ ਇਹਨਾਂ ਨੇ ਫਿਕਸ ਕੀਤਾ ਹੋਇਆ ਸੀ ਉਹ 25, ਔਰ ਹੁਣ ਮੈਂ ਸੁਣਿਆ ਕਿ ਇਹਨਾਂ ਨੇ ਵਧਾ ਕੇ ਉਹਨੂੰ 35 ਕਰਤਾ ਕਿ ਜੇ 25 ਤੋਂ ਉਹ ਘੱਟ ਹੈ ਜਾਂ ਹੁਣ ਹੈ ਕਿ ਜੇ 35 ਤੋਂ ਘੱਟ ਹੈ ਤਾਂ ਉਹਨੂੰ ਪੋਜ਼ਿਟਿਵ ਦੇ ਦਿੰਦੇ ਹੈਗੇ। ਜਿੰਨਾ ਲੈਵਲ ਘਟੇਗਾ ਉਹਨਾਂ ਖਤਰਾ ਵਧੇਗਾ। ਇਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ 10 ਮਿੰਟ ਦੀ, ਇਹ 10 ਮਿੰਟ ਦੇ ਵਿੱਚ RNA ਔਰ DNA ਸਿਸਟਮ ਹੁੰਦਾ ਹੈਗਾ ਜੀ। ਐਕਚੁਅਲੀ ਜੋ ਕੋਰੋਨਾ ਵਾਇਰਸ ਹੈ, ਇਟ ਇਜ਼ RNA ਜੀ। ਆਪਣੇ ਜੋ ਸਿਸਟਮ ਹੈ DNA ਹੈ, ਤਾਂ ਉਸ ਨੂੰ DNA ਨੂੰ ਪਹਿਲਾਂ RNA ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈਗਾ, ਉਸ ਤੋਂ ਬਾਅਦ ਉਹਨੂੰ DNA ਦੇ ਲੈਵਲ ਦੇ ਉੱਤੇ ਕਨਵਰਟ ਕਰਕੇ ਉਹਦੀ ਸਾਈਕਲਿੰਗ ਦੇਖੀ ਜਾਂਦੀ ਹੈ ਕਿ ਕਿੰਨੇ, ਮੈਂ ਕਿਸੇ ਡਿਟੇਲ ਦੇ ਵਿੱਚ ਤੁਹਾਨੂੰ ਇਹ ਮੈਂ ਦੱਸ ਦਾਂਗਾ ਸਿਸਟਮ ਕਿ ਉਹ ਵੈਲਿਊ ਕਿੱਦਾਂ ਮੈਟਰ ਕਰਦੀ ਹੈ। ਜੋ ਸਿੰਪਲ PCR ਟੈਸਟ ਕੀਤਾ ਜਾਂਦਾ ਕਿ ਉਹਦੇ ਵਿੱਚ ਸਾਰਾ ਕੁਝ ਆਉਂਦਾ ਹੈ ਜਾਂ ਉਹਦੇ ਲਈ ਹੋਰ ਟੈਸਟ ਹੈ ਕੋਈ? ਨਹੀਂ, ਉਹਦੇ ਵਾਸਤੇ ਹੋਰ ਟੈਸਟ ਹੈ। ਅੱਛਾ, ਜੋ ਆਮ ਟੈਸਟ ਹੁੰਦੇ ਨੇ ਸਾਡੇ, ਉਹਦੇ ਵਿੱਚ ਸਿਰਫ ਪੋਜ਼ਿਟਿਵ ਨੈਗੇਟਿਵ ਹੀ ਆਉਂਦਾ ਹੈ। ਦੇਖੋ, ਮੈਂ ਕੋਈ ਮੈਡੀਕਲ ਪ੍ਰੋਫੈਸ਼ਨਲ ਨਹੀਂ ਹੈਗਾ ਕਮਲ ਜੀ, ਲੇਕਿਨ ਜਿੰਨੀ ਕਿ ਇੱਕ ਆਮ ਬੰਦੇ ਦੇ ਤੌਰ ਤੇ ਮੈਂ ਕੋਸ਼ਿਸ਼ ਕਰਦਾ ਜਾਣਕਾਰੀ ਹਾਸਲ ਕਰਨ ਦੀ ਡਿਫਰੈਂਟ ਸੋਰਸਿਸ ਤੋਂ, ਉਹ ਮੈਂ ਤੁਹਾਡੇ ਨਾਲ ਔਰ ਆਪਣੇ ਸੁਣਨ ਵਾਲੇ ਨਾਲ ਮੈਂ ਜ਼ਰੂਰ ਸ਼ੇਅਰ ਕਰਾਂਗਾ। ਨਹੀਂ ਸਰ, ਇੱਕ ਚੀਜ਼ ਹੋਰ ਵੀ ਨੇ, ਹਾਲਾਂਕਿ ਤੁਹਾਡੇ ਫਾਦਰ ਵੀ ਡਾਕਟਰ ਸਨ ਔਰ ਤੁਹਾਨੂੰ ਵੀ ਤੁਹਾਡੇ ਜਿਹੜੇ ਬਚਪਨ ਦੇ ਦੋਸਤ ਨੇ ਤੁਹਾਨੂੰ ਡਾਕਟਰੀ ਕਹਿ ਕੇ ਬੁਲਾਉਂਦੇ ਨੇ ਮੇਰੇ ਖਿਆਲ 'ਚ ਹੁਣ ਤੱਕ ਵੀ, ਔਰ ਤੁਹਾਡਾ ਜਿਹੜਾ ਦੋਸਤੀ ਦਾ ਸਰਕਲ ਆ ਉਹ ਵੀ ਕਾਫੀ ਮਤਲਬ ਡਾਕਟਰਸ ਦੇ ਨਾਲ ਹੈ, ਤੁਹਾਡੀ ਨੌਲੇਜ ਵੀ ਉਹ ਕਿਸੇ ਡਾਕਟਰ ਤੋਂ ਘੱਟ ਨਹੀਂ ਹੈਗੀ, ਹਾਲਾਂਕਿ ਪ੍ਰੋਪਰ ਨੌਲੇਜ ਤੁਸੀਂ ਰੱਖਦੇ ਹੋ। ਮਤਲਬ ਤਾਂ ਮੈਂ ਥੋੜ੍ਹੀ ਜਿਹੀ ਜਾਣਕਾਰੀ ਚਾਹੁੰਦਾ ਸੀ ਕਿ ਇਹਦੇ ਲਈ ਟੈਸਟ ਸ਼ਾਇਦ ਹੋਰ ਹੋਏਗਾ, ਜੋ ਸਾਡਾ ਨਾਰਮਲ ਟੈਸਟ ਕੀਤਾ ਜਾਂਦਾ ਹਸਪੀਟਲ ਦੇ ਵਿੱਚ, ਉਹਦੇ ਵਿੱਚ ਸ਼ਾਇਦ ਇਹਦਾ ਲੈਵਲ ਨਹੀਂ ਆਉਂਦਾ। ਦੇਖੋ, ਉਹਦੇ 'ਚ ਆਉਂਦਾ ਹੈ ਲੇਕਿਨ ਉਹਨੂੰ ਕੋਈ ਜ਼ਿਆਦਾ ਇਹ ਟੈਸਟ ਨਹੀਂ ਕਰਦੇ ਹੈਗੇ, ਕਰਨ ਤੇ ਹੈਗੇ ਟੈਸਟ ਹੈਗੇ ਆ ਇਹ ਜੀ।
ਲੇਕਿਨ ਜਿਸ ਤੱਕ ਤੁਸੀਂ ਕਿਹਾ ਕਿ ਡਾਕਟਰ ਮੈਨੂੰ ਤਾਂ ਕਹਿੰਦੇ ਹੈਗੇ ਕਿ ਮੇਰੇ ਫਾਦਰ ਡਾਕਟਰ ਸੀ 1932 ਤੋਂ, ਉਹਨਾਂ ਨੇ ਪ੍ਰੈਕਟਿਸ ਕੀਤੀ ਜੀ ਬੁਢਲਾਡੇ। ਤੇ ਮੇਰੀ ਇੱਕ ਆਦਤ ਸੀ ਕਿ ਜਦੋਂ ਮੈਂ ਛੋਟਾ ਜਿਹਾ ਵੀ ਹੁੰਦਾ ਸੀ, ਸਕੂਲ ਵੀ ਜਾਂਦਾ ਹੁੰਦਾ ਸੀ, ਤਾਂ ਜੀ ਸਕੂਲ ਚ ਆ ਕੇ ਕਦੇ ਮੇਰਾ ਇਹ ਨਹੀਂ ਹੁੰਦਾ ਸੀ ਕਿ ਮੈਂ ਆਪਣੇ ਫਰੈਂਡਸ ਨਾਲ ਖੇਲਣ ਚਲਾ ਜਾਂਦਾ ਜਾਂ ਜੀ ਕੁਛ। ਜੀ ਜੀ ਆਉਂਦੇ ਮੈਂ ਸਕੂਲ ਦਾ ਬੈਗ ਰੱਖਦਾ, ਚੇਂਜ ਕਰਦਾ ਔਰ ਕਲੀਨਿਕ ਤੇ ਪਾਪਾ ਕੋਲੇ ਪਹੁੰਚ ਜਾਂਦਾ ਸੀ। ਜੀ ਤਾਂ ਆਲਮੋਸਟ ਮੈਂ ਦੂਸਰੀ ਤੀਸਰੀ ਕਲਾਸ ਚ ਸੀ, 7-8 ਸਾਲ ਦੀ ਉਮਰ ਚੋਂ ਹੀ ਮੈਂ ਫਾਦਰ ਨਾਲ ਕਾਫੀ ਇਨਵੋਲਵ ਰਿਹਾ, ਉੱਤੇ ਦੇਖਦਾ ਸੀ। ਟੀਕੇ ਲਾਉਣ ਲੱਗ ਗਏ ਸੀ ਤੁਸੀਂ? ਨਹੀਂ ਚਲੋ ਉਹ ਤਾਂ ਗੱਲ ਛੱਡੋ ਆਪਾਂ। ਲੇਕਿਨ ਉਸ ਤੋਂ ਬਾਅਦ ਵੀ ਹੋਇਆ ਕਿ ਜਦੋਂ ਮੈਂ ਆਪਦੇ ਪ੍ਰੋਫੈਸ਼ਨ ਦੇ ਵਿੱਚ ਵੀ ਆਇਆ, ਜੀ ਤਾਂ ਆ ਕੇ ਮੇਰੀ ਜ਼ਿਆਦਾ ਮੈਡੀਕੋਜ਼ ਨਾਲ, ਡਾਕਟਰਸ ਨਾਲ ਕਾਫੀ ਮੇਰੀ ਨੇੜਤਾ ਰਹੀ। ਜੀ ਜਿਹੜੇ ਮੇਰੇ ਕੋਲ ਕੇਸਿਸ ਹੁੰਦੇ ਸੀ, ਜੇ ਮੈਂ ਕ੍ਰਾਸ ਐਗਜ਼ਾਮਿਨ ਕਰਨਾ ਕੁਝ ਹੁੰਦਾ, ਤਾਂ ਆਪਣੇ ਡਾਕਟਰ ਫਰੈਂਡਸ ਨੂੰ ਪਹਿਲਾਂ ਮੈਂ ਤਿਆਰੀ ਉਹਨਾਂ ਤੋਂ ਕਰਦਾ ਹੁੰਦਾ ਸੀਗਾ, ਜੀ ਤਿਆਰੀ ਕਰਕੇ। ਉਸ ਕਰਕੇ ਚਲੋ ਥੋੜਾ ਬਹੁਤ ਫਰਕ ਪੈਂਦਾ ਹੈ, ਅਦਰਵਾਈਜ਼ ਮੈਂ ਔਰ ਮੈਡੀਕੋ ਪ੍ਰੋਫੈਸ਼ਨ ਬਹੁਤ ਦੂਰ ਦੀ ਚੀਜ਼ ਹੈ, ਮੈਂ ਤਾਂ ਜੀ ਕੁਝ ਜੀ ਵੀ ਤੇ ਨਹੀਂ ਦੇਖਦਾ। ਜੀ ਰੋੜ ਸਾਹਿਬ, ਆਪਾਂ ਪਿਛਲੀ ਟਾਕਿੰਗ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਆਕਸੀਜਨ ਦੀ ਕਮੀ ਸਾਡੇ ਦੇਸ਼ ਦੇ ਵਿੱਚ ਨਹੀਂ ਹੈ, ਸਿਰਫ ਸਿਸਟਮ ਦੇ ਵਿੱਚ ਥੋੜ੍ਹੀ ਜਿਹੀ ਕਮਜ਼ੋਰੀ ਹੈ ਜਿਹਦੇ ਕਰਕੇ ਲੋਕਾਂ ਤੱਕ ਆਕਸੀਜਨ ਦੀ ਜਿਹੜੀ ਸਪਲਾਈ ਨਹੀਂ ਹੋ ਰਹੀ। ਤਾਂ ਇਸ ਸੰਬੰਧ 'ਚ ਕੁਝ ਅੰਕੜੇ ਸ਼ੇਅਰ ਤੁਸੀਂ ਕਰਨਾ ਚਾਹੁੰਦੇ ਸੀ, ਕੀ ਕਹਿਣਾ ਚਾਹੁੰਦੇ? ਆਂਕੜੇ ਮੈਂ ਬੜੀ ਸਪਸ਼ਟ ਜਿਹਾ ਹੈ ਜੀ, ਮੈਂ ਦੱਸਦਾ ਹੈਗਾ। ਜੋ ਇਸ ਵੇਲੇ ਆਪਣੀ ਇੰਡੀਆ ਦੀ ਆਕਸੀਜਨ ਦੀ ਪ੍ਰੋਡਕਸ਼ਨ ਦੀ ਕੈਪੈਸਿਟੀ ਹੈਗੀ ਆ, ਜੀ ਉਹ ਆંકੜਿਆਂ ਦੇ ਮੁਤਾਬਕ 7800 ਮੀਟ੍ਰਿਕ ਟਨ ਹੈ। ਜੀ 7800 ਮੀਟ੍ਰਿਕ ਟਨ। ਜੀ ਲੇਕਿਨ ਜੋ ਆਪਣੀ ਇਸ ਵੇਲੇ ਰਿਕੁਆਇਰਮੈਂਟ ਹੈ ਉਹ 7000 ਮੀਟ੍ਰਿਕ ਟਨ ਹੈ। ਜੀ ਯਾਨੀ ਕਿ ਇਸ ਵੇਲੇ ਵੀ ਸਾਡੇ ਕੋਲ ਜੋ ਕੈਪੈਸਿਟੀ ਹੈ ਆਕਸੀਜਨ ਨੂੰ ਪ੍ਰੋਡਿਊਸ ਕਰਨ ਦੀ, ਉਹ 800 ਮੀਟ੍ਰਿਕ ਟਨ ਹਾਲੇ ਵੀ ਸਾਡੇ ਕੋਲੇ ਪਲੱਸ ਹੈ। ਜੀ ਤਾਂ ਮੈਂ ਨਹੀਂ ਇਹ ਕਹਿੰਦਾ ਕਿ ਸਾਡੇ ਕੋਲੇ ਆਕਸੀਜਨ ਦੀ ਕਮੀ ਹੈ। ਕਮੀ ਕਿੱਥੇ ਆ ਰਹੀ ਹੈਗੀ ਆ ਕਿ ਅਸੀਂ ਅੱਖਾਂ ਬੰਦ ਕਰ ਲਈਆਂ, ਪਲਾਨ ਕਰਨ ਦੇ ਵਿੱਚ ਅੱਖਾਂ ਬੰਦ ਕਰ ਲਈਆਂ, ਗਲਤਫਹਿਮੀ ਦਾ ਸ਼ਿਕਾਰ ਹੋ ਗਏ, ਜਾਂ ਆਪਦੇ ਆਪ ਨੂੰ ਅਸੀਂ ਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਜੋ ਅਸੀਂ ਨਹੀਂ ਸੀ। ਆਕਸੀਜਨ ਨੂੰ ਦੇਖੋ, ਜਦੋਂ ਆਪਾਂ ਰੱਖਦੇ ਹੈਗੇ ਆ, ਆਕਸੀਜਨ ਬਣਨ ਤੋਂ ਬਾਅਦ ਉਹਨੂੰ ਰੱਖਣ ਵਾਸਤੇ ਉਹਨੂੰ ਲਿਕੁਇਡ ਫਾਰਮ ਦੇ ਵਿੱਚ ਹੀ ਰੱਖਿਆ ਜਾ ਸਕਦਾ ਹੈ, ਤਰਲ ਅਵਸਥਾ ਦੇ ਵਿੱਚ ਰੱਖਦੇ ਹੈਗੇ। ਉਹਦੀ ਜੋ ਟਰਾਂਸਪੋਰਟੇਸ਼ਨ ਕਰਨੀ ਹੈਗੀ ਉਹ ਵੀ ਅਸੀਂ ਤਰਲ ਅਵਸਥਾ ਦੇ ਵਿੱਚ ਕਰਦੇ ਹੈਗੇ। ਤਾਂ ਉਹਨੂੰ ਆਪਾਂ ਕ੍ਰਾਇਓਜੈਨਿਕ ਕਹਿੰਦੇ ਹੈਗੇ ਆ, ਜਿਸ ਨੂੰ ਤਰਲ। ਤਾਂ ਉਹਦਾ ਜਿੱਥੇ ਵੀ ਆਪਾਂ ਟੈਂਪਰੇਚਰ -150 ਤੋਂ ਨੀਚੇ ਲੈ ਕੇ ਆਨੇ ਹੈਗੇ, ਉਹ ਕ੍ਰਾਇਓਜੈਨਿਕ ਸਟਫ ਹੋ ਜਾਂਦਾ ਹੈ। ਜਿਹਦਾ ਹੀਲੀਅਮ ਗੈਸ ਹੈ, ਨਾਈਟ੍ਰੋਜਨ ਹੈ, CNG ਹੈ ਜਾਂ ਆਕਸੀਜਨ ਹੈ, ਇਹ ਸਾਰੀਆਂ ਕ੍ਰਾਇਓਜੈਨਿਕ ਆ ਜਾਂਦੀਆਂ ਹੈ। ਇਹਨਾਂ ਨੂੰ ਆਪਾਂ ਤਰਲ ਅਵਸਥਾ ਦੇ ਵਿੱਚ ਲੈ ਕੇ ਆਨੇ ਆ, ਸੇਮ ਇਜ਼ ਵਿਦ ਆਕਸੀਜਨ। ਹੁਣ ਪਲਾਂਟਸ ਦੇ ਵਿੱਚ ਆਕਸੀਜਨ ਬਣ ਰਹੀ ਹੈ, ਉਹਨੂੰ ਜਦੋਂ ਉੱਥੇ ਟੈਂਕਰ ਸਪੈਸੀਫਿਕ ਹੁੰਦੇ ਆ, ਜਿਨ੍ਹਾਂ ਦਾ ਜੋ ਟੈਂਪਰੇਚਰ ਹੈ 180 ਤੋਂ 185 ਦੇ ਵਿਚਾਲੇ ਕਰਕੇ, 183 -183 ਸੈਲਸੀਅਸ ਕਰਕੇ ਉਹਨੂੰ ਉੱਥੋਂ ਜੋ ਹੈ ਲਿਕੁਇਡ ਫਾਰਮ ਦੇ ਵਿੱਚ ਰੱਖਿਆ ਜਾਂਦਾ ਹੈ। ਹੁਣ ਜੇ ਪਲਾਂਟ ਜਿਹੜੇ ਹੁਣ ਆਕਸੀਜਨ ਦੇ ਪਲਾਂਟਸ ਹੈਗੇ ਆ, ਉਹ ਜ਼ਿਆਦਾ ਸਟੀਲ ਸਿਟੀਜ਼ ਦੇ ਵਿੱਚ ਹੈਗੇ ਆ। ਜਿੱਦਾਂ ਮੈਂ ਕਹਾਂ ਕਿ ਬੋਕਾਰੋ ਹੈ, ਵਿਸ਼ਾਖਾਪਟਨਮ ਹੈ, ਹਾਂਜੀ, ਔਰ ਇੱਧਰਲਾ ਏਰੀਆ ਸਾਰਾ ਆ ਗਿਆ ਜਿੱਥੇ ਸਟੀਲ ਪਲਾਂਟਸ ਹੈਗੇ ਆ। ਤਾਂ ਉੱਥੋਂ ਜਿਹੜੀ ਗੈਸ ਪ੍ਰੋਡਿਊਸ ਹੋ ਰਹੀ ਆ, ਗੈਸ ਦੀ ਹੁਣ ਦੇਖੋ ਜ਼ਰੂਰਤ ਪੈ ਗਈ ਦਿੱਲੀ ਦੇ ਵਿੱਚ, ਗੈਸ ਬਣ ਕਿੱਥੇ ਰਹੀ ਹੈਗੀ ਆ? ਬੋਕਾਰੋ। ਹੁਣ ਬੋਕਾਰੋ ਤੋਂ ਦਿੱਲੀ ਉਹ ਕਿੱਦਾਂ ਆਏਗੀ? ਉਹਦੇ ਵਾਸਤੇ ਇੱਕ ਸਪੈਸੀਫਿਕ ਟੈਂਕਰ ਬਣੇ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਕ੍ਰਾਇਓਜੈਨਿਕ ਟੈਂਕਰਸ ਕਹਿੰਦੇ ਹੈਗੇ। ਉਹ ਟੈਂਕਰ ਦੇ ਵਿੱਚ ਸਿਸਟਮ ਲੱਗੇ ਹੁੰਦੇ ਆ ਕਿ ਉਹ ਟੈਂਕ ਦੇ ਵਿੱਚ ਪਈ ਹੋਇਆ ਜਿਹੜਾ ਮਟੀਰੀਅਲ ਹੈਗਾ, ਉਹਦਾ ਜੋ ਟੈਂਪਰੇਚਰ ਹੈ ਉਹ -183 ਡਿਗਰੀ ਸੈਲਸੀਅਸ ਦੇ ਉੱਤੇ ਰੱਖਣਾ ਹੁੰਦਾ ਉਹਨਾਂ ਨੇ। ਕੁਛ ਤਾਂ ਆਪਾਂ ਨੇ ਉਹ ਟੈਂਕਰਸ ਨਹੀਂ ਵਧਾਏ। ਦੇਖੋ 14 ਮਹੀਨੇ ਦਾ ਟਾਈਮ ਸੀ। ਅੱਜ ਮਦਰਾਸ ਹਾਈ ਕੋਰਟ ਨੇ ਇੱਕ ਸੈਂਟਰ ਗਵਰਨਮੈਂਟ ਨੂੰ ਇਹ ਪੁੱਛਿਆ ਕਿ ਤੁਸੀਂ ਦੱਸੋ ਕਿ 14 ਮਹੀਨਿਆਂ ਦੇ ਵਿੱਚ ਤੁਸੀਂ ਕੀ ਤਿਆਰੀ ਕੀਤੀ ਹੈਗੀ, ਜਦ ਕਿ ਇਹ ਗੱਲ ਸੀ ਕਿ ਹਾਂ ਸੈਕੰਡ ਵੇਵ ਜੋ ਹੈ ਕਰੋਨਾ ਦੀ ਆ ਸਕਦੀ ਹੈ। ਨਾ ਤਾਂ ਅਸੀਂ ਉਹ ਟੈਂਕਰਸ ਵਧਾਏ, ਕ੍ਰਾਇਓਜੈਨਿਕ ਟੈਂਕਰਸ ਨੂੰ, ਨਾ ਅਸੀਂ ਉਹਨਾਂ ਦਾ ਸਿਸਟਮ ਸੈੱਟ ਕੀਤਾ ਕਿ ਜੇ ਕੱਲ ਨੂੰ ਦਿੱਲੀ ਦੇ ਵਿੱਚ ਲੋੜ ਪੈਂਦੀ ਆ, ਪੰਜਾਬ 'ਚ ਪੈਂਦੀ ਆ, ਹਿਮਾਚਲ 'ਚ ਪੈਂਦੀ ਆ, JK 'ਚ ਪੈਂਦੇ ਆ, ਤਾਂ ਉਸ ਰਫ਼ਤਾਰ ਦੇ ਨਾਲ ਇਹਨਾਂ ਨੂੰ ਕਿੱਦਾਂ ਪਹੁੰਚਾਇਆ ਜਾਏਗਾ। ਜੀ ਯਾਨੀ ਕਿ ਇੱਥੇ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਕਹਿ ਸਕਦੇ ਹਾਂ ਕਿ ਉਹਨਾਂ ਦੀ ਪ੍ਰੋਪਰ ਨੀਅਤ ਨਹੀਂ, ਸਰਕਾਰ ਦੀ ਪਲੈਨਿੰਗ ਦੇ ਵਿੱਚ ਖੋਟ ਹੈ, ਸਰਕਾਰ ਦੀਆਂ ਪ੍ਰਾਇਰਟੀਜ਼ ਦੇ ਵਿੱਚ ਜੋ ਹੈ ਕਮੀ ਰਹੀ ਹੈ। ਸਰ ਇਹ 'ਚ ਫਰਕ ਕਿੱਥੇ ਹੈ? ਇਸ ਗੱਲ ਤੇ ਉਸ ਗੱਲ ਦੇ ਵਿੱਚ ਕੀ ਫਰਕ ਹੈ ਸਰ? ਮੈਂ ਫਰਕ ਤੁਹਾਨੂੰ ਕਲੀਅਰ ਕਰਾਂਗਾ ਕਿ ਦੇਖੋ, ਨੀਅਤ ਇੱਕ ਹੈ ਕਿ ਜੋ ਜਾਣਬੁੱਝ ਕੇ ਕੁਝ ਕੀਤਾ ਜਾਂਦਾ ਹੈ। ਮੈਂ ਨੀਅਤ ਤਾਂ ਨਹੀਂ ਕਹਿੰਦਾ ਹੈਗਾ ਕਿ ਪ੍ਰਾਇਰਟੀਜ਼ ਬਦਲ ਗਈਆਂ। ਇਨ ਦਾ ਮੀਨ ਟਾਈਮ ਬੰਗਾਲ ਦੇ ਇਲੈਕਸ਼ਨ ਤੇ ਸਰਕਾਰ ਦੀਆਂ ਨਾਕਾਮੀਆਂ ਕਹਿ ਸਕਦੇ ਆ ਇੱਥੇ, ਚਲੋ ਨੀਅਤ ਨਹੀਂ ਕਹਿ ਸਕਦੇ। ਹਾਂ, ਨਾਕਾਮੀ ਕਹਿ ਸਕਦੇ ਆ ਉਹਨੂੰ। ਪਲੈਨਿੰਗ ਦੇ ਵਿੱਚ, ਇੰਪਲੀਮੈਂਟੇਸ਼ਨ ਦੇ ਵਿੱਚ ਆਪਾਂ ਨਾਕਾਮੀ ਕਹਿ ਸਕਦੇ ਹੈਗੇ ਆ। ਸ਼ਬਦਾਂ ਦਾ ਹੇਰਾ ਫੇਰਾ, ਮਤਲਬ ਮੇਰਾ ਵੀ ਉਹੀ ਸੀ। ਬੰਗਾਲ ਦੀ ਇਲੈਕਸ਼ਨ ਦੇਖੋ ਸੀਗੀ ਜੀ, ਕੋਈ ਅਸਮਾਨ ਨੀਚੇ ਨਹੀਂ ਗਿਰ ਪੈਂਦਾ ਜੇ ਉਹ ਲੇਟ ਹੋ ਜਾਂਦੀ। ਬਿਲਕੁਲ। ਲੇਕਿਨ ਕਿੰਨਾ ਧਿਆਨ ਜਿਹੜਾ ਹੈ ਬੰਗਾਲ ਦੀ ਇਲੈਕਸ਼ਨ ਦੇ ਵਿੱਚ ਰਿਹਾ ਹੈ। ਇੱਕ ਉਹੀ ਲੀਡਰ ਜਿਹੜੇ ਦੇਸ਼ ਦੇ ਲੀਡਰ, ਨੈਸ਼ਨਲ ਲੀਡਰਸ ਹੈਗੇ ਆ, ਉੱਥੇ
ਸਵੇਰੇ ਇਲੈਕਸ਼ਨ ਰੈਲੀ ਹੋ ਰਹੀ ਹੈਗੀ ਆ, ਸ਼ਾਮ ਨੂੰ ਇਹ ਨਸੀਹਤ ਕਰ ਰਹੇ ਹੈਗੇ ਆ ਕਿ 2 ਗਜ ਦਾ ਫਾਸਲਾ ਬਣਾ ਕੇ ਰੱਖੋ, ਮਾਸਕ ਪਾ ਕੇ ਰੱਖੋ, ਸੋਸ਼ਲ ਡਿਸਟੈਂਸ ਰੱਖੋ। ਜਨਤਾ ਦਾ ਕੀ ਭਰੋਸਾ ਹੋਏਗਾ ਉਹਨਾਂ ਤੇ, ਕਿੱਦਾਂ ਭਰੋਸਾ ਜਾਏਗਾ? ਜੀ ਬਿਲਕੁਲ। ਅਗਰ ਹੁਣ ਉੱਥੋਂ ਮੇਰੇ ਖਿਆਲ ਪੱਛਮੀ ਬੰਗਾਲ ਦੀ, ਤੁਸੀਂ ਪੱਛਮੀ ਬੰਗਾਲ ਦੀ ਗੱਲ ਕੀਤੀ, ਅਗਰ ਪੱਛਮੀ ਬੰਗਾਲ ਦਾ ਮੇਰੇ ਖਿਆਲ 'ਚ ਹੁਣ ਅਗਰ ਘਰ ਘਰ ਜਾ ਕੇ ਟੈਸਟ ਕੀਤਾ ਜਾਵੇ ਤਾਂ ਹੋ ਸਕਦਾ ਵੀ ਉੱਥੋਂ ਬਹੁਤ ਜ਼ਿਆਦਾ ਆਬਾਦੀ ਪੋਜ਼ੀਟਿਵ ਹੋਵੇ। ਆ ਰਿਹਾ ਹੈ ਜੀ, ਦੇਖੋ ਆ ਰਹੇ ਹਨ, ਬਹੁਤ ਜ਼ਿਆਦਾ ਪੋਜ਼ਿਟਿਵ ਆ ਰਹੇ ਹੈਗੇ ਆ। ਲੇਕਿਨ ਉਹਦੇ 'ਚ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਸੀ ਕਮਲ ਜੀ, ਕਿ ਜੀ ਜਦੋਂ ਹੁਣ ਆਪਾਂ ਆਕਸੀਜਨ ਦੀ ਗੱਲ ਕਰ ਰਹੇ ਸੀਗੇ ਕਿ ਆਕਸੀਜਨ ਹੈ ਸਪਲਾਈ ਦੇ ਵਿੱਚ, ਲੇਕਿਨ ਹੁਣ ਇਹਨਾਂ ਨੇ ਫੈਕਟ ਲਏ ਹੈਗੇ, ਬਿਲਕੁਲ ਉਦਾਂ ਹੀ ਸਟੈਪ ਲਏ ਹੈਗੇ ਆ ਜਿਵੇਂ ਜੇ ਘਰ ਨੂੰ ਅੱਗ ਲੱਗ ਗਈ ਤਾਂ ਆਪਾਂ ਕਹਿੰਦੇ ਫਟਾਫਟ ਬੁਲਾਓ ਵੀ ਮਜ਼ਦੂਰਾਂ ਨੂੰ, ਖੂਹ ਪੱਟੋ, ਫਟਾਫਟ ਪਾਣੀ ਕੱਢਣਾ ਹੋਊਗਾ, ਅੱਗ ਬੁਝਾਣੀ ਹੈ। ਹੁਣ ਉਦਾਂ ਦਾ ਹੀ ਸਿਸਟਮ ਹੈਗਾ। ਲੋਕ ਯਾਰ ਸੜਕਾਂ ਦੇ ਉੱਤੇ ਪਏ ਤੜਫ ਕੇ ਮਰ ਰਹੇ ਹੈਗੇ ਆ, ਪਰ ਆਪਾਂ ਕਹਿ ਰਹੇ ਹਾਂ ਕਿ ਅਸੀਂ ਅਮਰੀਕਾ ਨੂੰ ਰਿਕੁਐਸਟ ਕੀਤੀ ਹੈ ਜੀ, ਸਾਡੇ ਕੋਲੇ ਇਮਦਾਦ ਪਹੁੰਚ ਰਹੀ ਹੈ। ਹੁਣ ਅਸੀਂ ਪਲਾਂਟਸ ਲਗਾਉਣੇ ਹੈਗੇ ਆ, ਪਲਾਂਟਸ ਦੱਸੋ ਵੀ ਕਿੰਨੇ ਦਿਨ 'ਚ ਲੱਗਣਗੇ? ਜੇ 20 ਦਿਨ ਦੇ ਵਿੱਚ ਪਲਾਂਟ ਲੱਗਦਾ ਹੈ, 25 ਦਿਨ 'ਚ ਪਲਾਂਟ ਲੱਗਦਾ ਹੈ, ਤੇ ਰੋਜ਼ ਦੇ ਤੁਹਾਡਾ ਜਿਹੜਾ ਹੈਗਾ 3-3 ਹਜ਼ਾਰ, 35-3500, 4-4 ਹਜ਼ਾਰ ਬੰਦਾ ਮਾਰ ਰਿਹਾ ਹੈਗਾ ਆਕਸੀਜਨ ਵਾਸਤੇ। ਤਾਂ ਜਿਹੜੇ ਤੱਕ ਇਸ ਦਾ ਦੇਖੋ, ਇੱਕ ਡਾਕਟਰ ਵਾਸਤੇ ਇੱਕ ਡਾਟਾ ਹੋ ਸਕਦਾ, ਸਰਕਾਰ ਵਾਸਤੇ ਡਾਟਾ ਹੋ ਸਕਦਾ ਕਿ 3629 ਬੰਦੇ ਅੱਜ ਐਕਸਪਾਇਰ ਹੋ ਗਏ ਕੋਵਿਡ ਨਾਲ ਮਾਰ ਕੇ, ਲੇਕਿਨ ਜਿਸ ਦਾ ਬਾਪ ਗਿਆ, ਜਿਸ ਦਾ ਭਰਾ ਗਿਆ, ਜਿਸ ਦਾ ਨੌਜਵਾਨ ਬੇਟਾ ਗਿਆ, ਉਹਦੇ ਵਾਸਤੇ ਉਹ ਅੰਕੜਾ ਨਹੀਂ ਹੁੰਦਾ ਕਮਲ ਜੀ। ਉਹਦੇ ਵਾਸਤੇ ਜ਼ਿੰਦਗੀ 'ਚ ਕਦੇ ਵੀ ਪੂਰਾ ਨਾ ਹੋਣ ਵਾਲਾ ਨੁਕਸਾ ਜ਼ਖਮ ਹੈ ਉਹ, ਜਿਹੜਾ ਕਦੇ ਨਹੀਂ ਭਰੇਗਾ ਉਹਦਾ। ਜੇ ਇਹ ਜਿਹੜਾ ਕੰਮ ਅੱਜ ਕਰ ਰਹੇ ਆ ਨਾ ਕਿ ਉੱਥੇ ਪਲਾਂਟ ਮੰਗਾ ਲਓ, ਉੱਥੇ ਲਗਾ ਦਿਓ, ਉੱਥੇ ਲਗਾ ਦਿਓ, ਇਹ ਕੰਮ ਕਰਨ ਦਾ ਅੱਜ ਤੋਂ ਜਿਹੜੇ ਆਪਾਂ ਨੂੰ ਇਹ ਗੈਪ ਮਿਲਿਆ ਸੀ 6 ਮਹੀਨਿਆਂ ਦਾ, 7 ਮਹੀਨਿਆਂ ਦਾ, ਇੱਥੇ ਇਹ ਕੰਮ ਹੋਣੇ ਚਾਹੀਦੇ ਸੀ ਜਿਹੜੇ ਨਹੀਂ ਕੀਤੇ ਗਏ। ਤੁਹਾਨੂੰ ਮੈਂ ਇੱਕ ਸਟੇਟ ਦੀ ਐਗਜ਼ਾਮਪਲ ਦਿੰਦਾ, ਕੇਰਲਾ ਪੜ੍ਹੀ ਲਿਖੀ ਸਟੇਟ ਮੰਨੀ ਜਾਂਦੀ ਹੈ, ਠੀਕ ਆ। ਕੇਰਲਾ ਦੇ ਵਿੱਚ ਇਸ ਵੇਲੇ ਕੀ ਪੋਜੀਸ਼ਨ ਹੈਗੀ ਆ, ਉੱਥੇ ਜਿੰਨੇ ICU ਬੈੱਡ ਚਾਹੀਦੇ ਹੈਗੇ ਆ, ਉਹਦੇ ਨਾਲੋਂ 9 ਗੁਣਾ ਜ਼ਿਆਦਾ ਬੈੱਡਸ ਉਹਨਾਂ ਕੋਲ ਸਪੇਅਰ ਹੈ ਜੀ, ਰਾਈਟ ਸਰ। ਉਹਨਾਂ ਦੀ ਜੋ ਰਿਕੁਆਇਰਮੈਂਟ ਹੈ ਇਸ ਵੇਲੇ ਉਹ 90 ਮੀਟਰ ਟਨ ਦੀ ਹੈ ਕੇਰਲਾ ਦੇ, ਲੇਕਿਨ ਉਹਨਾਂ ਕੋਲੇ ਇਸ ਵੇਲੇ ਪ੍ਰੋਡਕਸ਼ਨ ਕਿੰਨੀ ਕਰ ਰਹੇ ਆ, ਉਹ ਆਪਦੀ ਸਟੇਟ ਦੇ ਵਿੱਚ 200 ਮੀਟਰ ਟਨ ਦੀ ਉਹ ਪ੍ਰੋਡਕਸ਼ਨ ਕਰ ਰਹੇ ਹੈਗੇ ਆ। 110 ਮੀਟਰ ਟਨ ਉਹਨਾਂ ਕੋਲੇ ਆਕਸੀਜਨ ਵੱਧ ਹੈਗੀ ਆ। ਜੇ ਕਿਤੇ ਸਾਰੀਆਂ ਸਟੇਟਸ ਨੇ ਔਰ ਸੈਂਟਰ ਨੇ ਇਹ ਸਟੈਪ ਇਸ ਢੰਗ ਨਾਲ ਲਏ ਹੁੰਦੇ ਤਾਂ ਸ਼ਾਇਦ ਆਪਾਂ ਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਜੀ। ਤਾਂ ਇੱਥੇ ਮੈਂ ਅੱਜ ਮੈਂ ਇੱਕ ਚੈਨਲ ਦੇਖ ਰਿਹਾ ਸੀਗਾ, ਅੱਜ ਮੈਂ ਇੱਕ ਚੈਨਲ ਦੇਖ ਰਿਹਾ ਸੀਗਾ, ਸ਼ਾਇਦ PTC ਨਿਊਜ਼ ਦਾ ਹੀ ਸੀਗਾ, ਤਾਂ ਉਹ ਦੱਸ ਰਹੇ ਸੀ ਕਿ ਇੱਕ ਲੈਟਰ ਦਾ ਉਹ ਹਵਾਲਾ ਦੇ ਰਹੀ ਸੀ। ਮੈਂ ਇਹ ਚੈਨਲ ਦਾ ਵੇਰਵਾ ਤਾਂ ਦੇ ਰਿਹਾ ਕਿਉਂਕਿ ਮੈਨੂੰ ਆਪ ਨੂੰ ਨਹੀਂ ਕਿ ਕਿੰਨਾ ਅਥੈਂਟਿਕ ਹੈ ਕਿੰਨਾ ਨਹੀਂ ਹੈ, ਜੋ ਮੈਂ ਸੁਣਿਆ ਉਹੀ ਦੱਸ ਰਿਹਾ ਹੈਗਾ ਕਿ UNO ਨੇ ਇੱਕ ਲੈਟਰ ਲਿਖੀ ਸੀ ਗਵਰਨਮੈਂਟ ਨੂੰ, ਤਾਂ ਤੁਸੀਂ ਸਾਨੂੰ ਦੱਸੋ ਕਿ ਤੁਹਾਨੂੰ ਕੀ ਇਮਦਾਦ ਚਾਹੀਦੀ ਹੈਗੀ ਆ, ਅਸੀਂ ਉਹ ਸਾਰੀ ਇਮਦਾਦ ਤੁਹਾਨੂੰ ਦੇਣ ਨੂੰ ਤਿਆਰ ਹੈਗੇ। ਲੇਕਿਨ ਮਿਸਟਰ ਜੋ ਡੀਲ ਕਰ ਰਹੇ ਸੀ ਇੰਡੀਆ ਦੇ ਬਿਹਾਫ ਦੇ ਉੱਤੇ, ਮਿਸਟਰ ਤਰਮੂਰਤੀ, ਉਹ ਕਹਿੰਦੇ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਸਾਡੇ ਕੋਲੇ ਟੋਟਲ ਜੋ ਸੋਰਸਿਸ ਹੈਗੇ ਆ ਸਾਡੇ ਕੋਲੇ ਹੈਗੇ ਆ, ਵੀ ਡੂ ਨਾਟ ਨੀਡ ਐਨੀ ਹੈਲਪ ਜੀ। ਤਾਂ ਉਦਾਂ ਦੀਆਂ ਜਿਹੜੀਆਂ ਗਲਤਫਹਿਮੀਆਂ ਸੀ ਉਹਨਾਂ ਨੇ ਇਹ ਪੋਜੀਸ਼ਨ ਕ੍ਰੀਏਟ ਕੀਤੀ ਹੈ ਜਿਸ ਨੂੰ ਅਸੀਂ ਸਫਰ ਕਰ ਰਹੇ ਹਾਂ, ਔਰ ਜਿਸ ਦਾ ਕੋਈ, ਮੈਂ ਇਹ ਕਹਿਣਾ ਕਿਸੇ ਨੂੰ ਆਪਾਂ ਵਾਪਸ ਨਹੀਂ ਦੇ ਸਕਦੇ ਚੀਜ਼ ਜੋ ਜਾ ਰਹੀ ਹੈਗੀ ਆ ਜੀ। ਇਹ ਅੰਕੜੇ ਇੱਕ ਹਿਸਟਰੀ ਦਾ ਬਣ ਜਾਣਗੇ, ਲੇਕਿਨ ਕਿਸੇ ਨੂੰ ਕਿਸੇ ਦਾ ਬਾਪ ਪੁੱਤ ਧੀ ਆਪਾਂ ਵਾਪਸ ਨਹੀਂ ਦੇ ਪਾਵਾਂਗੇ। ਬਿਲਕੁਲ ਰੋੜਾ ਸਾਹਿਬ, ਕਿਤੇ ਨਾ ਕਿਤੇ ਮੈਨੂੰ ਥੋੜੀ ਜਿਹੀ ਗੱਲ ਕਿਤੇ ਹੋਰ ਵੀ ਨਜ਼ਰ ਆਉਂਦੀ ਹੈ, ਸ਼ਾਇਦ ਉਹ ਵੀ ਕਾਰਨ ਹੋ ਸਕਦਾ ਹੈ। ਜਿਸ ਤਰ੍ਹਾਂ ਆਪਣੇ ਕੁਝ ਲੋਕ ਜਿਹੜੇ ਸੰਪੰਨ ਘਰਾਂ ਦੇ ਲੋਕ ਹੁੰਦੇ ਨੇ, ਸੰਪੰਨ ਲੋਕ, ਜਦੋਂ ਕਿਤੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਇੱਦਾਂ ਦੀ, ਤਾਂ ਦੇਖਣ 'ਚ ਆ ਰਿਹਾ ਹੈ ਕਿ ਹੁਣ ਫਰਜ਼ ਕਰੋ ਕਿਸੇ ਦੀ ਫੈਮਿਲੀ 'ਚ ਇੱਕ ਕਰੋਨਾ ਪੇਸ਼ੈਂਟ ਪੋਜ਼ੀਟਿਵ ਆ ਗਿਆ, ਤਾਂ ਫੈਮਿਲੀ ਕੀ ਕਰਦੀ ਹੈ, ਬਹੁਤ ਜ਼ਿਆਦਾ ਕੌਨਸ਼ੀਅਸ ਹੁੰਦੀ ਉਸ ਪ੍ਰਤੀ, ਅਤੇ ਕਈ ਜਿਨ੍ਹਾਂ ਕੋਲ ਜ਼ਿਆਦਾ ਪੈਸਾ ਹੁੰਦਾ ਉਹ ਆਪਣੇ ਪੈਸੇ ਦੀ ਅਪਰੋਚ ਨਾਲ ਮਹਿੰਗੇ ਭਾਅ 'ਤੇ ਵੀ ਲੈ ਕੇ ਸਿਲੰਡਰਾਂ ਨੂੰ ਉੱਥੇ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹਦੇ ਨਾਲ ਜਮ੍ਹਾਖੋਰੀ ਵੱਧ ਰਹੀ ਹੈ ਆਕਸੀਜਨ ਦੀ, ਲੋੜਵੰਦ ਤੱਕ ਉਹ ਨਹੀਂ ਪਹੁੰਚਦੀ। ਹਾਲਾਂਕਿ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਪੇਸ਼ੈਂਟ ਹੈ ਕਿ ਹੋ ਸਕਦਾ ਉਹਨੂੰ ਜ਼ਰੂਰਤ ਨਾ ਪਵੇ, ਲੇਕਿਨ ਉਹ ਆਪਣੇ ਵੱਲੋਂ ਉਸ ਨੂੰ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੋ ਕੁਝ ਗੱਲਾਂ ਮਤਲਬ ਸੁਣਨ ਦੇ ਵਿੱਚ ਵੀ ਆਈਆਂ ਨੇ ਕਿ ਜਿੱਦਾਂ ਇੱਕ ਮੈਨੇ ਵੀਡੀਓ ਦੇਖੀ ਕਿ ਇਸ ਤਰ੍ਹਾਂ ਕਿਸੇ ਦੇ ਘਰ ਦੇ ਵਿੱਚ ਪੇਸ਼ੈਂਟ ਨੂੰ ਆਕਸੀਜਨ ਦਿੱਤੀ ਹੋਈ ਸੀ ਅਤੇ ਕਿ ਉਸੇ ਸ਼ਹਿਰ ਦੇ ਵਿੱਚ ਕਿਸੇ ਹੋਰ VIP ਪਰਸਨ ਨੂੰ ਆਕਸੀਜਨ ਦੀ ਲੋੜ ਪਈ, ਤਾਂ ਉਹ ਉੱਥੋਂ ਆਕਸੀਜਨ ਦਾ ਸਿਲੰਡਰ ਖੋਲ੍ਹ ਕੇ ਜ਼ਬਰਦਸਤੀ ਨਾਲ ਉਸ VIP ਪਰਸਨ ਦੇ ਲਈ ਲਿਜਾਇਆ ਜਾ ਰਿਹਾ ਸੀ। ਇੱਥੇ ਕੁਝ ਬਿਲਕੁਲ ਕਿਤੇ ਨਾ ਕਿਤੇ ਇਹ ਕਾਰਨ ਹੋ ਸਕਦਾ ਕਿ ਜੋ ਸੰਪੰਨ ਲੋਕ ਨੇ, ਜਿਨ੍ਹਾਂ ਨੂੰ ਇੱਕ ਉਹਨਾਂ ਦੇ ਮਨ 'ਚ ਕਿਤੇ ਡਾਊਟ ਹੀ ਹੈ, ਖਤਰਾ ਹੀ ਹੈ ਕਿ ਸਾਨੂੰ ਕਿਤੇ ਦੀ ਲੋੜ ਨਾ ਪੈ ਜੇ, ਉਹਨੂੰ ਜਮ੍ਹਾਂ ਕਰਨ ਦਾ ਪ੍ਰਯਤਨ ਕਰਦੇ ਨੇ। ਅਤੇ ਜਮ੍ਹਾਖੋਰੀ ਮੇਰੇ ਖਿਆਲ 'ਚ ਇਸ ਮਾਮਲੇ ਦੇ ਵਿੱਚ ਵੀ ਹੋਈ ਹੈ।
ਦੇਖੋ ਇਦਾਂ ਹੈ, ਇੱਕ ਗੈਜਟਸ ਆਉਂਦੇ ਹੈਗੇ ਆ ਆਕਸੀਜਨ ਕਨਸੈਂਟਰੇਟਰਸ, ਇੱਕ ਆਕਸੀਜਨ ਜਨਰੇਟਰਸ। ਇਹ ਗੈਜਟਸ ਕਿਦਾਂ ਦੇ ਹੈਗੇ ਆ ਕਿ ਜਿੱਦਾਂ ਹਸਪੀਟਲਸ ਦੇ ਵਿੱਚ ਪਿੱਛੇ ਜਿੱਥੇ ਆਕਸੀਜਨ ਸਿਲੰਡਰ ਕਿੱਥੇ ਕੱਤੇ ਪਏ ਹੁੰਦੇ ਆ, ਛੋਟੇ ਛੋਟੇ ਪਲਾਂਟ ਹੁੰਦੇ ਆ, ਇਹ ਉੱਥੇ ਹਸਪੀਟਲ ਦੇ ਪਿੱਛੇ ਹੀ ਲੱਗ ਜਾਂਦੇ ਹੈਗੇ ਆ। ਤਾਂ ਇਹ ਹਵਾ ਦੇ ਵਿੱਚੋਂ ਹੀ ਆਕਸੀਜਨ ਬਣਾਉਂਦੇ ਰਹਿੰਦੇ ਹੈਗੇ ਆ। ਤਾਂ ਉਹਦੇ ਨਾਲ ਕੀ ਹੋਇਆ ਕਿ ਜੋ ਪਲਾਂਟ ਲਗਾਏ ਜਾਂਦੇ ਹੈਗੇ ਆ, ਤਾਂ ਜੋ ਹਸਪੀਟਲ ਦੀ ਰਿਕੁਆਇਰਮੈਂਟ ਹੈਗੀ ਆ ਉਹ ਉਹਨਾਂ ਉੱਥੋਂ ਹੀ ਪੈਦਾ ਹੁੰਦੀ ਰਹਿੰਦੀ ਆ ਗੈਸ, ਔਰ ਉੱਥੇ ਹੀ ਉਹ ਘੁੰਮਦੀ ਰਹਿੰਦੀ ਆ, ਔਰ ਉੱਥੋਂ ਦੀ ਮੰਗ ਜਿਹੜੀ ਆ ਪੂਰੀ ਹੁੰਦੀ ਰਹਿੰਦੀ ਹੈਗੀ ਜੀ। ਤਾਂ ਬੈਟਰ ਇਟ ਹੈਡ ਬੀਨ ਕਿ ਜੇ ਗਵਰਨਮੈਂਟ ਨੇ ਇਹ ਚੀਜ਼ ਦੇ ਉੱਤੇ ਜ਼ੋਰ ਦਿੱਤਾ ਹੁੰਦਾ ਕਿ ਉਦਾਂ ਦੇ ਪਲਾਂਟਸ ਹਸਪੀਟਲ ਦੇ ਵਿੱਚ ਪ੍ਰੋਵਾਈਡ ਕਰ ਦੋ। ਉੱਥੇ ਇਹ ਗੱਲ ਸੋਚ ਕੇ, ਹੁਣ ਅੱਜ ਮੈਂ ਹੁਣੀ ਸੁਣ ਰਿਹਾ ਸੀਗਾ ਨਿਊਜ਼ ਕਿ ਇਹਨਾਂ ਨੇ ਜੋ ਮੀਟਿੰਗ ਹੋਈ ਹੈਗੀ ਹੈ ਸੈਂਟਰ ਗਵਰਨਮੈਂਟ ਦੀ, ਉਹਦੇ ਵਿੱਚ ਇਹ ਕੀਤਾ ਹੈ ਕਿ ਜਿਸ ਡਿਸਟ੍ਰਿਕਟ ਦੇ ਵਿੱਚ 60% ਤੋਂ ਵੱਧ ਬੈੱਡ ਆਕੂਪਾਈ ਹੋ ਜਾਂਦੇ ਹੈਗੇ ਆ, ਉਹਨੂੰ ਇਹ ਕੰਟੇਨਮੈਂਟ ਜ਼ੋਨ ਡਿਕਲੇਅਰ ਕਰ ਦੇਣਗੇ ਜੀ, ਤਾਂ ਕਿ ਉਹਨੂੰ ਹੋ ਜਾਏ ਪ੍ਰੋਪਰ ਟਾਈਮ ਦੇ ਉੱਤੇ ਸੰਭਲ ਜੇ ਜੀ। ਤਾਂ ਉਹਦੇ ਵਿੱਚ ਕਮਲ ਜੀ ਕੀ ਹੋ ਰਿਹਾ ਹੈਗਾ ਕਿ ਇਹੀ ਚੀਜ਼ ਜੇ ਪਹਿਲਾਂ ਨਿਗਾਹ ਦੇ ਵਿੱਚ ਰੱਖੀ ਜਾਂਦੀ ਇਹ ਪ੍ਰੋਬਲਮ ਆ ਸਕਦੀ ਹੈ। ਇਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਹੁਣ ਇਹਨਾਂ ਨੇ ਕੀ ਸਿਸਟਮ ਕੀਤਾ ਹੈ ਆਕਸੀਜਨ ਨੂੰ ਕਰਨ ਦਾ, ਕਿ ਜਦੋਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਕ੍ਰਾਇਓਜੈਨਿਕ ਟੈਂਕਰਸ ਹੁੰਦੇ ਹੈਗੇ ਆ, ਤਾਂ ਇੰਡੀਆ ਜੋ ਆਪਣੀ ਇੰਡੀਅਨ 에ਅਰ ਫੋਰਸ ਹੈ ਉਹਨਾਂ ਨੇ ਆਪਦੇ ਆਪ ਨੂੰ ਆਫਰ ਕੀਤਾ। ਇੰਡੀਅਨ 에ਅਰ ਫੋਰਸ ਦੇ ਇੱਕ ਜਹਾਜ਼ ਹੈਗੇ ਆ ਜੋ ਲੋਡ ਚੱਕਣ ਵਾਲੇ, ਮਾਲ ਚੱਕਣ ਵਾਲੇ ਜਹਾਜ਼ ਹੈਗੇ ਆ, ਦੈਟ ਇਜ਼ C-17 C-17 ਗਲੋਬ ਮਾਸਟਰ ਹੈ। ਤਾਂ ਉਹ ਉਹਨਾਂ ਦੇ ਜਹਾਜ਼ਾਂ ਦੇ ਵਿੱਚ ਉਹ ਕੰਟੇਨਰਸ ਨੂੰ ਲੋਡ ਕਰਕੇ ਉੱਥੇ ਪਹੁੰਚਾ ਰਹੇ ਹਨ ਜਿੱਥੇ ਪਲਾਂਟ ਹੈਗੇ ਆ ਜੀ। ਤਾਂ ਉਹ ਜਹਾਜ਼ ਪਹਿਲਾਂ ਉੱਥੋਂ ਪਲਾਂਟਸ ਦੇ ਵਿੱਚ ਪਹੁੰਚਾਏ ਜਾਣਗੇ ਹਵਾਈ ਜਹਾਜ਼ ਦੇ ਰਾਹੀਂ ਜੀ, ਉੱਥੋਂ ਉਹਨਾਂ ਨੂੰ ਲੋਡ ਕੀਤਾ ਜਾਏਗਾ। ਹੁਣ ਲੋਡ ਕਰਕੇ ਜਿੱਥੇ ਜਿੱਥੇ ਜ਼ਰੂਰਤ ਹੈ ਉੱਥੇ ਉੱਥੇ ਉਹਨਾਂ ਨੂੰ ਪਹੁੰਚਾਉਣਾ ਹੈਗਾ ਜੀ। ਜੀ, ਜੇ ਰੋਡ ਦੇ ਉੱਤੇ ਜਾਂਦੇ ਹੈਗੇ ਤਾਂ ਸਫ਼ਰ ਬਹੁਤ ਲੰਬਾ ਹੈਗਾ, ਜਿੰਨੇ ਦਿਨ ਲੱਗ ਜਾਂਦੇ ਹੈਗੇ ਆ ਉਹਨੇ ਦਿਨਾਂ ਦੇ ਵਿੱਚ ਤਾਂ ਪੇਸ਼ੈਂਟਸ ਪਤਾ ਨਹੀਂ ਕਿੰਨੇ ਵੱਧ ਜਾਣੇ ਹੈਗੇ ਆ, ਔਰ ਇੱਕ ਇੱਕ ਜਾਨ ਦੀ ਕੀਮਤ ਹੈ ਕਮਲ ਜੀ। ਤਾਂ ਉਹਨਾਂ ਨੇ ਹੁਣ ਕੀ ਕੀਤਾ, ਕੇਜਰੀਵਾਲ ਸਾਹਿਬ ਨੇ ਮੀਟਿੰਗ ਦੇ ਵਿੱਚ ਕਿਹਾ ਸੀ, ਜੋ CMG ਦੀ ਮੀਟਿੰਗ ਹੋਈ, ਕਿ ਇਹਦੇ ਵਾਸਤੇ ਆਪਾਂ ਨੂੰ ਜੋ ਹੈ ਗ੍ਰੀਨ ਚੈਨਲ ਬਣਾਉਣਾ ਪਏਗਾ। ਜੀ, ਗ੍ਰੀਨ ਚੈਨਲ ਮੋਸਟਲੀ ਇਹਨੂੰ ਕਿੱਥੇ ਯੂਜ਼ ਕਰਦੇ ਹੈਗੇ ਆ ਉਹ, ਕਿ ਜਿੱਥੇ ਹਾਰਟ ਪਲਾਂਟੇਸ਼ਨ ਹੋਣੀ ਹੁੰਦੀ ਆ, ਮੰਨ ਲਓ ਦਿੱਲੀ ਦੇ ਵਿੱਚ ਕੋਈ ਹਾਰਟ ਡੋਨੇਟ ਹੋਇਆ ਔਰ ਉਹਨੂੰ 4 ਘੰਟਿਆਂ ਦੇ ਵਿੱਚ ਤੁਸੀਂ ਜੋ ਹੈ ਹੈਦਰਾਬਾਦ ਪਹੁੰਚਾਉਣਾ ਹੈਗਾ, ਤਾਂ ਉਹਦੇ ਵਿੱਚ ਕੀ ਕਰਦੇ ਆ ਕਿ ਬਿਲਕੁਲ ਇੱਕ ਗ੍ਰੀਨ ਜਿਹੜਾ ਹੈ ਚੈਨਲ ਬਣਾ ਦਿੰਦੇ ਹੈਗੇ ਆ, ਜਿੱਥੇ ਜਦੋਂ ਗੱਡੀ ਉੱਥੋਂ ਲੈ ਕੇ ਜਾ ਰਹੀ ਹੈ ਟ੍ਰੈਫਿਕ ਪੁਲਿਸ ਔਰ ਪੁਲਿਸ ਸਾਰੀਆਂ ਸਟੇਟਸ ਦੀ ਮਿਲ ਕੇ ਕੋਆਰਡੀਨੇਟ ਕਰਦੇ ਆ ਉਹਦੇ ਵਿੱਚ, ਕਿ ਮੰਨ ਲਓ ਅੱਧੇ ਘੰਟੇ ਬਾਅਦ 15 ਮਿੰਟਾਂ ਬਾਅਦ ਇੱਥੋਂ ਉਹ ਗੱਡੀ ਲੰਘਣੀ ਹੈਗੀ ਆ, ਤਾਂ ਉਦੋਂ ਪਹਿਲਾਂ ਉਹ ਸੜਕ ਨੂੰ ਬਿਲਕੁਲ ਖਾਲੀ ਕਰ ਦਿੱਤਾ ਜਾਏਗਾ, ਉਹਨੂੰ ਕੋਈ ਰੈੱਡ ਲਾਈਟ ਨਹੀਂ ਮਿਲੇਗੀ ਜੀ। ਤਾਂ ਉਹਨੇ ਜੇ ਉਹਦੀ 120 ਦੀ ਸਪੀਡ ਹੈ, 130 ਦੀ ਸਪੀਡ ਹੈ, ਉਸੇ ਸਪੀਡ ਤੇ ਕੰਟੀਨਿਊਸਲੀ ਜਾਣਾ ਉਹਨੇ ਜੀ। ਤਾਂ ਇਹਨਾਂ ਨੇ ਇਹ ਕੀਤਾ ਕਿ ਉਹ ਗ੍ਰੀਨ ਚੈਨਲਸ ਬਣਾ ਕੇ ਉਹਦੇ ਵਿੱਚ ਦੀ ਇੱਕ ਗੈਸ ਜਿਹੜੀ ਹੈਗੀ ਆ ਸਪਲਾਈ ਕੀਤੀ ਜਾਵੇ ਸਟੇਟਸ ਜੀ। ਦੂਸਰਾ ਇੰਡੀਅਨ ਰੇਲਵੇ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਕਿ ਜੋ ਇਹ ਹੈ ਆਕਸੀਜਨ ਐਕਸਪ੍ਰੈਸ ਟ੍ਰੇਨ ਜਿਹੜੀ ਹੈ ਲਖਨਊ ਵਾਸਤੇ ਇਹਨਾਂ ਨੇ ਭੇਜੀ ਹੈਗੀ ਆ ਜੀ, ਕਿ ਉਹਨੂੰ ਡਾਇਰੈਕਟ ਪਲਾਂਟ ਤੋਂ ਉੱਥੋਂ ਚੱਲੇਗੀ ਔਰ ਸਿੱਧੀ ਉੱਥੇ ਜਾ ਕੇ ਕੰਟੇਨਰ ਲੈ ਕੇ ਪਹੁੰਚੇਗੀ। ਠੀਕ ਹੈ ਜੀ। ਲੇਕਿਨ ਉਹ ਸਟੈਪ ਲੈਣ ਦੇ ਵਿੱਚ ਵੀ ਅੱਛਾ ਲੋਕ NGOs ਬਹੁਤ ਕਰ ਰਹੇ ਹੈਗੇ ਆ। ਮਾਈ ਸੈਲੂਟ ਟੂ ਸਿੱਖ ਕਮਿਊਨਿਟੀ ਕਿ ਜਿੰਨਾ ਇਹ ਲੋਕਾਂ ਨੇ ਹੈਲਪ ਕਰ ਰਹੇ ਹੈਗੇ ਆ ਔਰ ਆ ਰਹੇ ਹੈਗੇ ਆ ਕੰਮ ਕਰਨ ਦੇ ਵਿੱਚ ਜੀ, ਗੈਸ ਦੇ ਲੰਗਰ ਲਗਾ ਰਹੇ ਹੈਗੇ ਆ ਜੀ ਜੀ। ਤਾਂ ਉਹ ਕੰਟੇਨਰ ਤੁਹਾਨੂੰ ਹੋਰ ਮੈਂ ਇੱਕ ਦੱਸਦਾ ਹੈਗਾ ਕਿ ਟਾਟਾ ਨੇ ਕੰਟੇਨਰਸ ਬਾਹਰੋਂ ਉਹ ਇੰਪੋਰਟ ਕਰ ਰਹੇ ਹੈਗੇ ਕਿ ਮੈਂ ਕੰਟੇਨਰ ਜਿਹੜੇ ਹੈਗੇ ਆ ਦੇ ਰਿਹਾ ਹੈਗਾ। ਇੰਡੀਅਨ ਆਇਲ ਕਾਰਪੋਰੇਸ਼ਨ ਦੀ ਅੱਜ ਦੀ ਨਿਊਜ਼ ਹੈਗੀ ਆ ਕਿ 29 ਕੰਟੇਨਰ CNG ਵਾਸਤੇ ਉਹਨਾਂ ਦੇ ਬਿਲਕੁਲ ਨਵੇਂ ਖੜੇ ਸੀਗੇ, ਉਹ 29 ਕੰਟੇਨਰ ਉਹਨਾਂ ਨੇ ਦੇਤੇ ਕਿ ਹਾਂ ਠੀਕ ਹੈ ਇਹਨੂੰ ਆਕਸੀਜਨ ਵਾਸਤੇ ਯੂਜ਼ ਕਰੋ। ਜੀ ਬਿਲਕੁਲ ਸਰ, ਕਾਰਪੋਰੇਟ ਜਗਤ ਵੀ ਚਲੋ ਸਹਿਯੋਗ ਦੇ ਲਈ ਆ ਰਿਹਾ ਹੈਗਾ ਔਰ ਸਰਕਾਰਾਂ ਵੀ ਜੰਗੀ ਪੱਧਰ ਤੇ ਯਤਨ ਕਰ ਰਹੀਆਂ ਆਪਾਂ ਨੂੰ ਲੱਗਦੀਆਂ ਨਜ਼ਰ ਆ ਰਹੀਆਂ ਨੇ, ਲੇਕਿਨ ਇੱਕ ਆਮ ਇਨਸਾਨ ਦਾ ਸਰਕਾਰਾਂ ਤੱਕ ਭਰੋਸਾ ਕਿੰਨਾ ਕੁ? ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੂੰਗਾ। ਅੱਜ ਇੱਕ ਅਜਿਹੇ ਇਨਸਾਨ ਨਾਲ ਮੁਲਾਕਾਤ ਹੋਈ, ਅਕਸਰ ਹੀ ਵੈਸੇ ਹੁੰਦੀ ਰਹਿੰਦੀ ਹੈ, ਉਹ ਅਕਸਰ ਬੜੀਆਂ ਕਈ ਵਾਰ ਨੈਗੇਟਿਵ ਗੱਲਾਂ ਵੀ ਹਾਸੇ ਨਾਲ ਕਰ ਜਾਂਦਾ, ਅਤੇ ਉਹਨੇ ਮੈਨੂੰ ਅੱਜ ਤੁਹਾਨੂੰ ਮੈਂ ਸਾਂਝੀ ਕਰਨਾ ਚਾਹੂੰਗਾ ਕੀ ਗੱਲ ਕਹੀ। ਜਦੋਂ ਅੱਜ ਜੰਗੀ ਪੱਧਰ 'ਤੇ ਟੈਸਟਿੰਗ ਹੋ ਰਹੀ ਸੀ ਤਾਂ ਉਹ ਬੰਦੇ ਨੇ ਮੈਨੂੰ ਕਿਹਾ, ਕਹਿੰਦਾ ਯਾਰ ਸਰਕਾਰਾਂ ਦਾ ਕੋਈ ਭਰੋਸਾ ਨਹੀਂ ਹੈ,
ਆਪਣੇ ਇੱਥੇ ਕਰੋਨਾ ਹੈ ਨਹੀਂ ਸੀ, ਇੱਕਦਮ ਕਰੋਨਾ ਇਸ ਤਰੀਕੇ ਨਾਲ ਫੈਲਣ ਲੱਗ ਗਿਆ, ਤਾਂ ਆਪਾਂ ਉਹਦਾ ਮਤਲਬ ਇਹ ਸੀ ਕਿ ਸਰਕਾਰ ਦਾ ਇਸ ਤੋਂ ਪੋਲੀਟੀਕਲ ਲਾਹਾ ਲੈਣ ਦਾ ਹੀ ਯਤਨ ਹੈ ਕਰੋਨਾ ਤੋਂ। ਤਾਂ ਉਹਨੇ ਮੈਨੂੰ ਕੀ ਗੱਲ ਕਹੀ, ਕਹਿੰਦਾ ਜਿਹੜੀ ਇੰਨੀ ਜ਼ਬਰਦਸਤੀ ਟੈਸਟਿੰਗ ਕਰ ਰਹੇ ਨੇ ਨਾ ਇਹ, ਨੱਕ ਦੇ ਵਿੱਚ ਪਾ ਕੇ ਡੱਕਾ ਵੀ ਬੱਲੋ ਬੱਲੀ ਬਿਠਾ ਕੇ, ਵੀ ਇਹਨਾਂ ਦਾ ਭਰੋਸਾ ਕੋਈ ਨਹੀਂ, ਡੱਕੇ ਦੇ ਨਾਲ ਹੀ ਕਰੋਨਾ ਲੱਗਿਆ ਹੋਵੇ, ਜਾਣ ਬੁੱਝ ਕੇ ਕਰੋਨਾ ਫੈਲਾਈ ਜਾਂਦੇ ਹੁਣ ਲੋਕਾਂ ਦਾ ਵਿਸ਼ਵਾਸ ਤਾਂ ਇਸ ਕਦਰ ਸਰਕਾਰਾਂ ਤੋਂ ਡਿੱਗਿਆ ਹੋਇਆ, ਯਾਨੀ ਕਿ ਕਹਿੰਦਾ ਕੋਮਲ ਜੀ ਸਰਕਾਰ ਤੋਂ ਨਹੀਂ ਜੀ। ਇਹਦੇ ਵਾਸਤੇ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਗੱਲ ਕਰ ਰਹੇ ਸੀਗੇ ਮੀਡੀਆ ਦੀ ਜੀ, ਉਹ ਮੀਡੀਆ ਕੋਈ ਬਹੁਤ ਜ਼ਿਆਦਾ ਪੋਜ਼ਿਟਿਵ ਰੋਲ ਪਲੇ ਨਹੀਂ ਕਰ ਰਿਹਾ ਹੈਗਾ ਸਰ। ਵੈਸੇ ਦੂਸਰੀ ਗੱਲ ਇਹ ਹੈ ਕਿ ਮੀਡੀਆ ਸਰ ਮੈਂ ਥੋੜਾ ਜਿਹਾ ਤੁਹਾਡੀ ਗੱਲ ਨੂੰ ਹੀ ਵੱਡਾ ਕਰਦਾ, ਮੀਡੀਆ ਪਲੇ ਕਰ ਰਿਹਾ ਬਿਲਕੁਲ, ਲੇਕਿਨ ਮੀਡੀਆ ਕਿਹਦੇ ਹੱਥ ਵਿੱਚ ਹੈ ਇਹ ਤੁਸੀਂ ਵੀ ਜਾਣਦੇ ਹੋ। ਤਾਂ ਅਸਿੱਧੇ ਜਾਂ ਸਿੱਧੇ ਰੂਪ 'ਚ ਮੇਰੀ ਗੱਲ 'ਚ ਕੋਈ ਫਰਕ ਨਹੀਂ ਹੈ। ਨਹੀਂ, ਮੈਂ ਤੁਹਾਡੇ ਨਾਲ ਐਗਰੀ ਕਰਦਾ ਹੈਗਾ, ਲੇਕਿਨ ਜੋ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ, ਜਿਹੜਾ ਮੀਡੀਆ ਤੋਂ ਵੀ ਜ਼ਿਆਦਾ ਖਤਰਨਾਕ ਇਸ ਵੇਲੇ ਪ੍ਰੂਵ ਹੋ ਰਿਹਾ ਹੈਗਾ ਉਹ ਹੈਗੀ ਆ WhatsApp ਯੂਨੀਵਰਸਿਟੀ। ਜੀ ਬਿਲਕੁਲ ਸਹੀ ਗੱਲ ਹੈ। WhatsApp ਦੇ ਉੱਤੇ ਕਿੱਦਾਂ ਦਾ ਮੈਸੇਜ ਆਉਂਦਾ ਹੈ, ਕੌਣ ਉਹਨੂੰ ਭੇਜ ਰਿਹਾ ਹੈਗਾ, ਕਿੰਨਾ ਅਥੈਂਟਿਕ ਹੈ। ਇੱਕ ਇਸ ਬੰਦੇ ਦਾ ਕੋਈ ਮੈਡੀਕਲ ਪ੍ਰੋਫੈਸ਼ਨ ਨਾਲ ਕੋਈ ਵਾਸਤਾ ਨਹੀਂ ਹੈਗਾ, ਜਿਸ ਨੂੰ ABC ਨਹੀਂ ਪਤਾ ਹੈਗੀ, ਉਹ ਜਿਹੜਾ ਹੈ ਮੈਡੀਸਾਈਵਰ ਦੀ ਗੱਲ ਕਰਕੇ ਚੱਲਦਾ ਹੈਗਾ, ਐਂਟੀਬਾਇਓਟਿਕਸ ਦੀ ਗੱਲ ਕਰਕੇ ਚੱਲਦਾ ਹੈ, ਹਾਂਜੀ। ਔਰ ਉਹ ਹੁਣ ਮੈਂ ਤੁਹਾਨੂੰ ਇੱਕ ਛੋਟੀ ਐਗਜ਼ਾਮਪਲ ਦਿੰਦਾ, ਇੱਕ ਹੋਮਿਓਪੈਥਿਕ ਮੈਡੀਸਨ ਐਸਪੀਡੋ ਕੁਛ ਏਦਾਂ ਦੀ ਹੈ, ਵਾਇਰਲ ਹੋਈ ਪਰਸੋਂ ਰਾਤ ਨੂੰ, ਕਿ ਜਿਹੜੀ ਇਹ ਹੋਮਿਓਪੈਥਿਕ ਮੈਡੀਸਨ ਹੈ ਇਹਦੇ 20 ਡ੍ਰੌਪਸ ਪਾਣੀ ਦੇ ਵਿੱਚ ਪਾਓ, ਔਰ ਉਹਨਾਂ ਨੇ ਦਿਖਾਇਆ ਕਿ ਉਹ 82 ਤੋਂ 97 ਤੇ 5 ਮਿੰਟ ਦੇ ਵਿੱਚ ਪਹੁੰਚ ਗਿਆ ਜੀ। ਖੂਬ, ਲੇਕਿਨ ਉਹਦਾ ਇੱਕ ਮੈਂ ਰਿਜ਼ਲਟ ਦੇਖਿਆ ਕਿ ਮੈਂ ਕੱਲ ਮਾਰਕੀਟ ਦੇ ਵਿੱਚ ਗਿਆ ਤਾਂ ਜ਼ਿਆਦਾ ਹੋਮਿਓਪੈਥਿਕ ਸਟੋਰ ਜਿਹੜੇ ਸੀ ਸਭ ਦੇ ਉੱਤੇ ਬਾਹਰ ਲਿਖ ਕੇ ਲਗਾਇਆ ਹੋਇਆ ਸੀ ਕਿ ਦਵਾਈ ਸਾਡੇ ਕੋਲ ਸਟਾਕ 'ਚ ਨਹੀਂ, ਚੱਕ ਕੇ ਲੈ ਗਏ ਲੋਕ ਜਿੰਨੀ ਪਈ ਸੀ। ਤੁਹਾਡੇ ਵਾਲੀ ਗੱਲ ਕਿ ਆਕਸੀਜਨ ਨੂੰ ਸਟਾਕ ਕਰ ਰਹੇ ਹੈਗੇ, ਜੋ ਚੀਜ਼ ਦੇਖ ਕੇ ਸਟਾਕ ਕਰ ਰਹੇ ਹੈਗੇ ਆ, ਔਰ ਸਰਕਾਰ ਦਾ ਕੀ ਜਨਤਾ ਕੀ ਕਰ ਰਹੀ ਹੈਗੀ ਆ। ਅੱਜ ਨਾਥਦੁਆਰੇ ਅੱਜ ਦੀ ਉੱਤਰਾਖੰਡ ਦੇ ਵਿੱਚ ਇੱਕ ਫੈਕਟਰੀ ਫੜੀ ਹੈਗੀ ਆ, ਜਿਹੜੇ ਇੱਕ ਜਿਹੜਾ ਡੁਪਲੀਕੇਟ ਦਵਾਈਆਂ ਜੋ ਇੰਜੈਕਸ਼ਨ ਕਰੋਨਾ ਲਈ ਵਰਤਿਆ ਜਾਂਦਾ ਜੀ, 20,000 ਰੁਪਏ ਦਾ 25,000 ਰੁਪਏ ਦਾ ਉਹ ਇੰਜੈਕਸ਼ਨ ਵੇਚ ਰਹੇ ਹੈਗੇ ਆ, ਔਰ ਡੁਪਲੀਕੇਟ ਵੇਚ ਰਹੇ ਹੈਗੇ ਆ। ਲੋਕਾਂ ਦੇ ਕਿਰਦਾਰ ਕਿੱਥੇ ਹੈਗੇ ਆ? ਬਿਲਕੁਲ। ਤੇ ਇੱਥੇ ਟੌਪ ਤੋਂ ਟੋ ਬਣ ਗਈ। ਪਹਿਲਾਂ ਆਪਣਾ ਆਪਦਾ ਵੀ ਨੈਸ਼ਨਲ ਕਰੈਕਟਰ ਗਿਆ, ਫਿਰ ਆਪਾਂ ਸਰਕਾਰਾਂ ਦੀ ਗੱਲ ਕਰਾਂਗੇ, ਫਿਰ ਆਪਾਂ ਬਾਕੀ ਸਾਰੀ ਗੱਲ ਕਰਾਂਗੇ। ਅਰੋੜਾ ਸਾਹਿਬ ਤੁਸੀਂ ਗੱਲ ਕੀਤੀ ਹੋਮਿਓਪੈਥੀ ਦੀ ਉਸ ਮੈਡੀਸਿਨ ਬਾਰੇ ਜੋ ਆਕਸੀਜਨ ਦਾ ਲੈਵਲ ਅਪ ਕਰਦੀ ਹੈ, ਤਾਂ ਤੁਹਾਡੀ ਜਾਣਕਾਰੀ ਕੀ ਕਹਿੰਦੀ ਹੈ ਕਿ ਉਹ ਵਾਕਈ ਹੈ ਉਹ ਲਾਭਦਾਇਕ? ਦੇਖੋ ਕੋਈ ਸਰਚ ਤੇ ਹੈ ਨਹੀਂ ਉਸ ਤੇ, ਠੀਕ ਹੈ ਨਾ ਜੀ। ਇਹ ਹੁਣ ਤਜਰਬਾ ਹੀ ਦੱਸੇਗਾ, ਕੁਝ ਡਾਕਟਰਸ ਆਪਾਂ ਨੂੰ ਦੱਸ ਸਕਦੇ ਜੋ ਇਸ ਦੇ ਉੱਤੇ ਤਜਰਬਾ ਕਰਨਗੇ ਜੀ ਕਿ ਉਹਦੇ ਨਾਲ ਕੀ ਹੋਇਆ ਹੈ ਜਾਂ ਕੀ ਰਿਜ਼ਲਟਸ ਹੈਗੇ ਆ ਜੀ। ਤੇ ਕੋਈ ਹੋਮਿਓਪੈਥਿਕ ਡਾਕਟਰ ਇਹਨੂੰ ਮੇਰਾ ਖਿਆਲ ਬੈਟਰ ਐਕਸਪਲੇਨ ਕਰ ਸਕਦਾ ਹੈ ਮੇਰੇ ਨਾਲੋਂ ਜੀ। ਤਾਂ ਅਰੋੜਾ ਸਾਹਿਬ ਹੋਮਿਓਪੈਥਿਕ ਵੀ ਕਈ ਜਗ੍ਹਾ ਤੇ ਬਹੁਤ ਇਫੈਕਟਿਵ ਹੈ, ਨੋ ਡਾਊਟ, ਲੇਕਿਨ ਇਹ ਹੈ ਜਾਂ ਨਹੀਂ ਹੈ ਇਹ ਤਾਂ ਆਪਾਂ ਮੈਂ ਬਲਕਿ ਤੁਹਾਡੀ ਵੀ ਇਹ ਡਿਊਟੀ ਲਗਾਵਾਂਗਾ ਕਿ ਆਪਣਾ ਵੀ ਫਰਜ਼ ਬਣਦਾ ਹੈ ਇਸ ਵੇਲੇ ਕਿ ਤੁਹਾਡੇ ਕੋਲ ਵੀ ਹੋਮਿਓਪੈਥਿਕ ਡਾਕਟਰਸ ਹਨ ਜਾਂ ਜਿਨ੍ਹਾਂ ਨੇ ਕੋਈ ਕੀਤਾ ਹੈ, ਇਹਨੂੰ ਪਤਾ ਕਰਕੇ ਆਪਾਂ ਆਪਣੇ ਲੋਕਾਂ ਤੱਕ ਦੱਸੀਏ ਕਿ ਕੀ ਤਜਰਬਾ ਹੋਗਾ ਜੀ। ਕੋਸ਼ਿਸ਼ ਕਰਾਂਗੇ ਆਪਾਂ ਕਿਸੇ ਇਸ ਤਰ੍ਹਾਂ ਦੇ ਡਾਕਟਰ ਨੂੰ ਮਿਲਣ ਦੀ, ਤੇ ਆਪਾਂ ਆਪਣੀ ਜਾਣਕਾਰੀ ਸਾਂਝੀ ਵੀ ਕਰਾਂਗੇ ਆਪਣੇ ਦੋਸਤਾਂ ਨਾਲ। ਫਿਲਹਾਲ ਅਰੋੜਾ ਸਾਹਿਬ ਤੁਸੀਂ ਅੱਜ ਇਸ ਟੌਪਿਕ ਤੇ ਬੜਾ ਖੁੱਲ੍ਹ ਕੇ ਆਪਣੀ ਜਾਣਕਾਰੀ ਸਾਂਝੀ ਕੀਤੀ, ਇਹ ਤੁਹਾਡਾ ਸ਼ੁਕਰੀਆ ਅਦਾ ਕਰਨ ਤੋਂ ਪਹਿਲਾਂ ਮੈਂ ਪੁੱਛ ਲਾਂ ਕਿ ਕੁਝ ਹੋਰ ਕਹਿਣਾ ਤੁਸੀਂ? ਮੈਂ ਤੇ ਬਹੁਤ ਕੁਝ ਸਾਂਝਾ ਕਰਨਾ ਚਾਹਨਾ ਹੈਗਾ। ਚਲੋ ਅੱਜ ਦੇ ਐਪੀਸੋਡ 'ਚ, ਹਾਂਜੀ ਅਗਲੇ ਐਪੀਸੋਡ 'ਚ, ਲੇਕਿਨ ਵਕਤ ਦੀ ਪਾਬੰਦੀ ਹੈ। ਆਪਾਂ ਕੱਲ ਨੂੰ ਪਰਸੋਂ ਜਦੋਂ ਵੀ ਬੈਠਾਂਗੇ ਕੁਝ ਚੀਜ਼ਾਂ ਮੈਂ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ, ਜਿੱਦਾਂ ਪ੍ਰੋਨ ਪੋਜੀਸ਼ਨ ਹੈ ਜਿੱਥੇ ਆਕਸੀਜਨ ਦੀ ਜੇ ਕਮੀ ਆਉਂਦੀ ਹੈ ਤਾਂ ਡਾਕਟਰਸ ਨੇ ਜੋ ਐਡਵਾਈਸ ਕੀਤਾ ਹੈ ਕਿ ਪ੍ਰੋਨ ਪੋਜੀਸ਼ਨ ਦੇ ਵਿੱਚ ਪੇਸ਼ੈਂਟ ਨੂੰ ਲੈ ਜਾਓ, ਉਹਦੇ ਨਾਲ ਜੋ ਹੈ ਕਾਫੀ ਰਿਲੀਫ ਮਿਲ ਸਕਦਾ ਹੈ, ਠੀਕ ਹੈ ਨਾ ਜੀ। ਹੋਰ ਕਈ ਚੀਜ਼ਾਂ ਜਿੱਦਾਂ ਆਪਾਂ ਕਹਿ ਰਹੇ ਸੀਗੇ ਕਿ ਸੀਟੀ ਵੈਲਿਊ ਹੈ ਉਹ ਕਿੱਦਾਂ ਵਰਕ ਕਰਦੀ ਹੈਗੀ ਹੈ, ਕੀ ਉਹਦੀ ਸਿਗਨੀਫੀਕੈਂਸ ਹੈ, ਜਿੰਨਾ ਕੁ ਮੈਨੂੰ ਮੇਰੇ ਡਾਕਟਰ ਦੋਸਤਾਂ ਨੇ ਮੇਰੇ ਨਾਲ ਸ਼ੇਅਰ ਕੀਤੀ ਹੈ, ਕਿਉਂਕਿ ਮੈਂ ਡਾਕਟਰ ਨਹੀਂ ਹੈਗਾ, ਜਿੰਨਾ ਕੁ ਮੇਰੇ ਨਾਲ ਸ਼ੇਅਰ ਹੋਈ ਆ ਉਹ ਮੈਂ ਸ਼ੇਅਰ ਕਰਨਾ ਚਾਹਾਂਗਾ, ਠੀਕ ਹੈ ਨਾ ਜੀ। ਜੋ ਮੇਰੇ ਕੋਲ ਜੋ ਮੈਨੂੰ ਨੌਲੇਜ ਹੈ ਓਨੈਸਟਲੀ ਮੈਂ ਉਹਨੂੰ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਜੀ। ਤਾਂ ਅਰੋੜਾ ਸਾਹਿਬ ਸਾਡੇ ਨਾਲ ਜੁੜਨ ਲਈ ਔਰ ਇੰਨੀਆਂ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਕਮਲ ਜੀ, ਸ਼ੁਕਰੀਆ ਜੀ। ਆਲ ਦੀ ਬੈਸਟ ਸਾਰੇ ਦੋਸਤਾਂ ਵਾਸਤੇ ਪ੍ਰਮਾਤਮਾ ਨੂੰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸੁਖੀ ਰਹੋ, ਖੁਸ਼ ਰਹੋ, ਤੰਦਰੁਸਤ ਰਹੋ ਜੀ। ਬਿਲਕੁਲ ਬਿਲਕੁਲ ਸ਼ੁਕਰੀਆ ਸਰ। ਔਰ ਸਾਡੀ ਵੀ ਬੁਢਲਾਡਾ ਸਿਟੀ ਰੇਡੀਓ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਾਡਾ ਜਿਹੜਾ ਸ਼ਹਿਰ ਹੈ
ਇਹ ਹਮੇਸ਼ਾ ਚੜ੍ਹਦੀਆਂ ਕਲਾਵਾਂ 'ਚ ਰਹੇ, ਹਰ ਪੱਖੋਂ, ਵਿਕਾਸ ਦੇ ਪੱਖੋਂ ਵੀ ਔਰ ਸਿਹਤ ਦੇ ਵਿਕਾਸ ਪੱਖੋਂ ਵੀ। ਔਰ ਅਗਰ ਆਪਾਂ ਦੂਸਰਾ ਪੱਖ ਦੇਖ ਲਈਏ ਤਾਂ ਸਾਡੇ ਸ਼ਹਿਰ ਦੇ ਵਿੱਚ ਵਪਾਰ ਦਾ ਜਿਹੜਾ ਸਤਰ ਹੈ ਉਹ ਵੀ ਕਾਫੀ ਨਿਚਲੇ ਸਤਰ 'ਤੇ ਹੈ। ਅਸੀਂ ਦੁਆ ਕਰਦੇ ਹਾਂ ਕਿ ਹਰ ਪੱਖੋਂ ਸਾਡਾ ਸ਼ਹਿਰ ਤਰੱਕੀਆਂ ਕਰੇ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਲਾਈਵ ਜੁੜਨ ਲਈ। ਧੰਨਵਾਦ, ਮਿਹਰਬਾਨੀ। ਥੈਂਕ ਯੂ ਕਮਲ ਜੀ, ਥੈਂਕ ਯੂ ਜੀ।